उस टाइम ये फैसला होया सी जब 1977 ਦੀਆਂ लोक सभा इलैक्शन होईयां कि जिन्ने इंपॉर्टेंट टॉप लीडरशिप है अकाली दल दी वो इलैक्शन लड़ेगी। ਤੁਹਾਨੂੰ याद होना कि ਉਹਦੇ ਵਿੱਚ ਤਲਵੰਡੀ ਸਾਹਿਬ ਪ੍ਰੈਜ਼ੀਡੈਂਟ ਸੀ, ਉਹਨਾਂ ਨੇ ਇਲੈਕਸ਼ਨ ਲੜੀ, ਟੌੜਾ ਸਾਹਿਬ ਨੇ ਇਲੈਕਸ਼ਨ ਲੜੀ, ਬਾਦਲ ਸਾਹਿਬ ਨੇ ਇਲੈਕਸ਼ਨ ਲੜੀ, ਬਰਨਾਲੇ ਨੇ ਇਲੈਕਸ਼ਨ ਲੜੀ। ਜਿੰਨੀ ਟੌਪ ਦੀ ਲੀਡਰਸ਼ਿਪ ਸੀ ਸਾਰੀ ਉਹ 1977 ਵਾਲੀ ਪਾਰਲੀਮੈਂਟ ਦੇ ਵਿੱਚ ਮੌਜੂਦ ਸੀ, ਜਦ 42ਵੀਂ ਅਮੈਂਡਮੈਂਟ ਨੂੰ ਰਿਵਰਸ ਕਰਨ ਦਾ ਪ੍ਰੋਸੈਸ ਚੱਲ ਰਿਹਾ ਸੀ। ਬਰਨਾਲਾ ਸਾਹਿਬ ਵੀ ਘੱਟ ਸਿਆਣੇ ਨਹੀਂ ਸੀ, ਵਕੀਲ ਸੀ। ਬਾਦਲ ਸਾਹਿਬ ਨੇ ਤਾਂ ਸਾਰੀ ਉਮਰ ਸਿਆਸਤ ਦੇ ਵਿੱਚ ਲਾਈ ਹੈ। ਇੰਨਾ ਮੈਚਿਓਰ ਲੀਡਰ ਟੌੜਾ ਸਾਹਿਬ ਵਰਗੇ, ਤਲਵੰਡੀ ਸਾਹਿਬ ਵਰਗੇ ਇੰਨੇ ਟੌਪ ਦੇ ਲੀਡਰ, ਉਹਨਾਂ ਨੂੰ ਇਹ ਗੱਲ ਨਹੀਂ ਸਮਝ ਆਈ ਕਿ 257 ਇਹ ਕਿਸ ਵਾਸਤੇ ਲਿਆਂਦਾ ਜਾ ਰਿਹਾ, ਕਿਹੜੀਆਂ ਸਟੇਟਾਂ ਵਾਸਤੇ ਲਿਆਂਦਾ ਜਾ ਰਿਹਾ ਹੈ। ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਡਾਕਟਰ ਜਮਸ਼ੀਦ ਅਲੀ ਖਾਨ, ਸਾਬਕਾ ਡੀਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਸਵਾਗਤ ਹੈ ਪ੍ਰੋਫੈਸਰ ਸਾਹਿਬ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਰੰਧਾਵਾ ਸਾਹਿਬ, ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ। ਸਾਡੇ ਦੇਸ਼ ਦੀ ਖੂਬਸੂਰਤੀ ਇਹਦਾ ਸੰਘੀ ਢਾਂਚਾ ਹੈ, ਪਰ ਜੇ ਉਹਦੀ ਸੰਘੀ ਘੁੱਟਦੀ ਜਾਵੇ ਤਾਂ ਖੂਬਸੂਰਤੀ ਤਾਂ ਕਿੱਥੇ ਰਹਿਣੀ ਹੈ। ਇਹ ਕੇਂਦਰ ਨੇ ਕਿਸ ਨੀਤ ਤੇ ਕਿਸ ਨੀਤੀ ਤਹਿਤ ਕੀਤਾ ਕਿ ਸੂਬਿਆਂ ਦੇ ਵਿੱਚ ਜਿਹੜਾ BSF ਦਾ ਅਧਿਕਾਰ ਖੇਤਰ ਹੈ, ਅਖਤਿਆਰਾਤ ਵਧਾਤੇ ਗਏ, ਪੰਜਾਬ ਨੂੰ 50 ਕਿਲੋਮੀਟਰ ਤੱਕ 15 ਤੋਂ ਵਧਾ ਕੇ ਲੈਂਦਾ ਗਿਆ। ਲੇਕਿਨ ਇਸ ਦੌਰਾਨ 'ਚ ਸਾਡੀ ਲੀਡਰਸ਼ਿਪ ਦੇ ਕਿਰਦਾਰ ਵੀ ਪਰਖਣ ਵਾਲੇ ਆ। ਸ਼੍ਰੋਮਣੀ ਅਕਾਲੀ ਦਲ ਬੜੇ ਤਿੱਖੇ ਸੁਰ ਦੇ ਵਿੱਚ ਇਹ ਗੱਲ ਕਰ ਰਿਹਾ। ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਇਹ ਤਾਂ ਹਰਮੰਦਰ ਸਾਹਿਬ ਔਰ ਦੁਰਗਿਆਨਾ ਮੰਦਿਰ ਦੇ ਵਿੱਚ ਜਾਣ ਦੀ ਖੁੱਲ੍ਹ BSF ਨੂੰ ਦਿੱਤੀ ਹੈ। ਇਹ ਸਟੇਟਮੈਂਟ ਬੜੀ ਤਿੱਖੀ ਹੈ, ਸ਼ਾਇਦ ਸਭ ਤੋਂ ਤਿੱਖੀ ਹੈ। ਲੇਕਿਨ ਇਸੇ ਹੀ ਦੌਰਾਨ ਦੇ ਵਿੱਚ ਇੱਕ ਡੈਲੀਗੇਸ਼ਨ, ਜਿਹਨੂੰ ਸਰਬ ਪਾਰਟੀ ਡੈਲੀਗੇਸ਼ਨ ਕਹਿ ਰਹੇ ਆ, ਮੁੱਖ ਮੰਤਰੀ ਚੰਨੀ ਲੈ ਕੇ ਜਾਣ ਲਈ ਵੀ ਕਾਲ ਕਰ ਰਿਹਾ, ਇਨੀਸ਼ੀਏਟ ਕਰ ਰਿਹਾ। ਮੈਨੂੰ ਇਹ ਸਮਝਾਇਓ ਕਿ ਅੱਜ ਜਿਹੜੀ ਇਹ ਭੀੜ ਬਣੀ, ਜਿਹਨੂੰ ਰਾਜਾਂ ਦੇ ਅਖਤਿਆਰਾਤ ਤੇ ਡਾਕਾ ਵੀ ਕਹੋਗੇ, ਇਹਨੂੰ ਕੇਂਦਰ ਦੀ ਸੀਨਾਜੋਰੀ ਵੀ ਕਹੋਗੇ, ਮੈਨੂੰ ਇਹ ਸਮਝਾਉਣ ਦਾ ਯਤਨ ਕਰਿਓ ਕਿ ਸਾਡੀ ਲੀਡਰਸ਼ਿਪ ਦੇ ਕਿਰਦਾਰ ਪਾਸਟ ਵਿੱਚ ਵੱਖ-ਵੱਖ ਮੌਕਿਆਂ ਦੇ ਉੱਤੇ ਐਸੇ ਫੈਸਲਿਆਂ ਦੌਰਾਨ ਚੁੱਪ ਵਾਲੇ ਵੀ ਰਹੇ, ਸ਼ੱਕੀ ਵੀ ਰਹੇ, ਬਹੁਤ ਕੁਝ ਵਾਪਰਦਾ ਰਿਹਾ। ਮੈਨੂੰ ਸਭ ਤੋਂ ਪਹਿਲਾਂ ਤਾਂ ਦੱਸਿਓ ਕਿ ਕੇਂਦਰ ਦੀ ਇਹ ਜਿਹੜੀ ਮੂਵ ਹੈ, ਇੱਥੇ ਨੀਅਤ ਕੀ ਹੈ ਤੇ ਨੀਤੀ ਕੀ ਹੈ, ਤੇ ਸਾਡੀ ਲੀਡਰਸ਼ਿਪ ਜਿਹੜੀ ਹੁਣ ਹੋ ਹੱਲਾ ਕਰਦੀ ਹੈ, ਇਹ ਵੀ ਕਦੇ ਰਲ ਕੇ ਖੇਡਦੀ ਰਹੀ ਹੈ? ਮੈਨੂੰ ਦੱਸਿਓ ਜ਼ਰਾ। ਹਾਂਜੀ ਰੰਧਾਵਾ ਸਾਹਿਬ, ਵੈਸੇ ਜੇ ਅਸੀਂ ਆਪਣੇ ਕਨਸਟੀਟਿਊਸ਼ਨ ਤੇ ਝਾਤ ਮਾਰੀਏ ਤਾਂ ਅਨਡਾਊਟਡਲੀ ਇਹ ਲੱਗਦਾ ਹੈ ਕਿ ਸਾਡਾ ਸੰਵਿਧਾਨ ਜਿਹੜਾ ਹੈ ਸੰਘਾਤਮਕ ਹੈ ਜੀ, ਲੇਕਿਨ ਉਹਦਾ ਜਿਹੜਾ ਝੁਕਾਅ ਹੈ ਉਹ ਇਕਾਤਮਕ ਸਰਕਾਰ ਦੀ ਤਰਫ ਰਹਿੰਦਾ ਹੈ। ਪਹਿਲਾਂ ਵੀ ਪਾਸਟ ਦੇ ਵਿੱਚ ਕੇਂਦਰ ਨੇ ਕਈ ਮਸਲਿਆਂ ਦੇ ਵਿੱਚ ਸਟੇਟਾਂ ਦੇ ਵਿੱਚ ਇੰਟਰਫੀਅਰ ਕੀਤਾ, ਚਾਹੇ ਪ੍ਰੈਜ਼ੀਡੈਂਟ ਰੂਲ ਲਗਾਉਣਾ, ਚਾਹੇ ਕੋਈ ਹੋਰ ਮਸਲੇ ਹੈਗੇ ਅਨੇਕਾਂ। ਸੈਂਟਰ ਟਾਈਮ ਟੂ ਟਾਈਮ ਸਟੇਟਾਂ ਦੇ ਜੂਰਿਸਡਿਕਸ਼ਨ ਦੇ ਵਿੱਚ ਇੰਟਰਫੀਅਰ ਕਰਦੀ ਰਹੀ ਹੈ ਜੀ। ਇਹ ਜਿਹੜਾ ਪ੍ਰੈਜ਼ੈਂਟ ਮਸਲਾ ਹੈ, ਇਹ ਹੈ ਜੂਰਿਸਡਿਕਸ਼ਨ ਨੂੰ ਐਕਸਟੈਂਡ ਕਰਨ ਦਾ। ਇੱਕ ਨੋਟੀਫਿਕੇਸ਼ਨ ਸੈਂਟਰ ਗਵਰਨਮੈਂਟ ਨੇ 11 ਅਕਤੂਬਰ ਨੂੰ ਇਸ਼ੂ ਕੀਤੀ ਹੈ। ਉਹਦੇ ਵਿੱਚ ਜਿਹੜਾ BSF ਹੈ, ਬਾਰਡਰ ਸਿਕਿਉਰਿਟੀ ਫੋਰਸ, ਉਹਦਾ 5 ਸਟੇਟਾਂ ਕੰਸਰਨ ਹੈਗੀਆਂ, ਉਹਨਾਂ ਦੇ ਬਾਰੇ ਇੱਕ ਨੋਟੀਫਿਕੇਸ਼ਨ ਇਸ਼ੂ ਕੀਤੀ ਗਈ ਹੈ। ਉਹਨਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਪੈਟਰਨ ਸੀ। ਖਾਸ ਤੌਰ ਤੇ ਜਿਹੜੀਆਂ ਸਾਡੀਆਂ 5 ਸਟੇਟਾਂ ਦੇ ਬਾਰੇ ਹੁਣ ਨੋਟੀਫਿਕੇਸ਼ਨ ਇਸ਼ੂ ਹੋਈ ਹੈ, ਇੱਕ ਹੈ ਗੁਜਰਾਤ, ਇੱਕ ਹੈ ਰਾਜਸਥਾਨ, ਇੱਕ ਹੈ ਵੈਸਟ ਬੰਗਾਲ, ਪੰਜਾਬ ਤੇ ਅਸਾਮ। ਹੁਣ ਜਿਹੜਾ ਰਾਜਸਥਾਨ ਤੇ ਗੁਜਰਾਤ ਹੈ, ਗੁਜਰਾਤ ਦੇ ਵਿੱਚ ਤਾਂ ਪਹਿਲਾਂ ਹੀ ਇਹ ਪ੍ਰੋਵੀਜ਼ਨ ਸੀ ਕਿ 80 ਕਿਲੋਮੀਟਰ ਇੰਟਰਨੈਸ਼ਨਲ ਬਾਰਡਰ ਦੇ ਅੰਦਰ ਤੱਕ ਜਿਹੜਾ ਸੈਂਟਰਲ ਫੋਰਸਿਸ ਦਾ ਜੂਰਿਸਡਿਕਸ਼ਨ ਸੀ ਕਿ ਉਹ ਕੋਈ ਸਰਚ ਕਰਨ, ਕੋਈ ਅਰੈਸਟ ਕਰਨ, ਕਿਸੇ ਤਰ੍ਹਾਂ ਦੀ ਵੀ ਕਾਰਵਾਈ ਕਰਨ। ਰਾਜਸਥਾਨ ਦੇ ਵਿੱਚ ਸੀ ਇਹ 50 ਕਿਲੋਮੀਟਰ ਤੱਕ। ਲੇਕਿਨ ਜਿਹੜੀਆਂ ਸਾਡੀਆਂ 3 ਹੈਗੀਆਂ ਬਾਰਡਰ ਸਟੇਟਸ ਰਿਮੇਨਿੰਗ, ਪੰਜਾਬ, ਅਸਾਮ ਤੇ ਵੈਸਟ ਬੰਗਾਲ, ਇਹਨਾਂ ਦੇ ਵਿੱਚ ਜੂਰਿਸਡਿਕਸ਼ਨ ਸਿਰਫ ਸੀ 15 ਕਿਲੋਮੀਟਰ, ਕਿ 15 ਕਿਲੋਮੀਟਰ ਦੇ ਅੰਦਰ ਸੈਂਟਰਲ ਫੋਰਸਿਸ ਆ ਸਕਦੀਆਂ ਜੇ ਉਹਨਾਂ ਨੇ ਕੋਈ ਕਾਰਵਾਈ ਕਰਨੀ ਹੈ ਜੀ। ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਜੇ BSF ਜਾਂ ਸੈਂਟਰਲ ਫੋਰਸਿਸ ਬਾਰਡਰ ਤੇ ਬੈਠੀ ਜਾਂ 15 ਕਿਲੋਮੀਟਰ ਤੱਕ ਅੰਦਰ ਆ ਕੇ ਵੀ ਕੋਈ ਕਾਰਵਾਈ ਨਹੀਂ ਕਰ ਸਕਦੀ, ਤਾਂ 50 ਕਿਲੋਮੀਟਰ ਦੇ ਅੰਦਰ ਆ ਕੇ ਵੀ ਕੀ ਕਰੇਗੀ? ਇਹ ਲੱਗਦਾ ਹੈ ਕਿ ਇੱਕ ਬਹਾਨਾ ਹੈ ਸੈਂਟਰਲ ਗਵਰਨਮੈਂਟ ਦਾ
ਨੈਸ਼ਨਲ ਸਿਕਿਉਰਿਟੀ ਦੇ ਮਸਲੇ ਨੂੰ ਲੈ ਕੇ ਸਟੇਟਾਂ ਦੇ ਜੂਰਿਸਡਿਕਸ਼ਨ ਦੇ ਵਿੱਚ ਇੰਟਰਫੇਅਰ ਕਰਨ ਦਾ, ਉਹਨਾਂ ਦੇ ਵਿੱਚ ਦਖਲ ਅੰਦਾਜ਼ੀ ਕਰਨ ਦਾ। ਇਹ ਤੇ ਅਲੱਗ ਪਾਰਟੀਆਂ ਦਾ ਅਲੱਗ ਜਿਹੜਾ ਹੈ ਰਿਐਕਸ਼ਨ ਆਇਆ ਹੈ। ਇਹ ਨਹੀਂ ਕਿ ਇਹ ਇਸ਼ੂ ਪਹਿਲੀ ਵਾਰੀ ਖੜਾ ਹੋਇਆ। ਸੈਂਟਰਲ ਫੋਰਸਿਸ ਦੀ ਡਿਪਲੋਇਮੈਂਟ ਨੂੰ ਲੈ ਕੇ ਪਹਿਲਾਂ ਵੀ ਸਟੇਟਾਂ ਇਹ ਡਿਮਾਂਡ ਕਰਦੀਆਂ ਰਹੀਆਂ ਕਿ ਜਿਹੜੀ ਕੇਂਦਰੀ ਸਰਕਾਰ ਹੈ ਉਹ ਸਟੇਟਾਂ ਦੀ ਮਰਜ਼ੀ ਤੋਂ ਬਗੈਰ ਸੈਂਟਰਲ ਫੋਰਸਿਸ ਨਹੀਂ ਭੇਜ ਸਕਦੀ। ਮੈਂ ਤੁਹਾਨੂੰ ਇੱਕ ਵੈਸਟ ਬੰਗਾਲ ਤੇ ਪੰਜਾਬ ਦੀ ਐਗਜ਼ਾਮਪਲ ਦਿੰਦਾ ਪੁਰਾਣੀ। ਵੈਸਟ ਬੰਗਾਲ ਦੇ ਵਿੱਚ ਵੀ ਇੱਕ ਗਨ ਐਂਡ ਸ਼ੈਲ ਫੈਕਟਰੀ ਹੈ ਕੋਸੀਪੁਰ ਦੇ ਵਿੱਚ, ਉੱਥੇ ਵਰਕਰਾਂ ਦੀ ਸਟ੍ਰਾਈਕ ਹੋ ਗਈ। ਇਹ 1970 ਦੀ ਗੱਲ ਹੈ ਤੇ ਉੱਥੇ ਸੈਂਟਰ ਨੇ ਆਪਣੀਆਂ ਫੋਰਸਿਸ ਵਿਦਆਊਟ ਕੰਸਲਟਿੰਗ ਦੀ ਸਟੇਟ ਗਵਰਨਮੈਂਟ ਭੇਜਤੀਆਂ ਔਰ ਇਹਦੀ ਬੜੀ ਆਪੋਜੀਸ਼ਨ ਹੋਈ। ਦੂਸਰੀ ਸਾਡੇ ਕੋਲ ਪੰਜਾਬ ਦੀ ਐਗਜ਼ਾਮਪਲ ਹੈ। ਪੰਜਾਬ ਦੀ ਐਗਜ਼ਾਮਪਲ ਇੱਥੇ ਬੜੀ ਰੈਲੇਵੈਂਟ ਹੈ ਕਿ ਜਨਵਰੀ 1970 ਦੇ ਵਿੱਚ 26 ਜਨਵਰੀ 1970 ਨੂੰ ਸੰਤ ਫਤਿਹ ਸਿੰਘ ਨੇ ਇੱਥੇ ਫਾਸਟ ਅਨਟੂ ਡੈਥ ਰੱਖਿਆ ਚੰਡੀਗੜ੍ਹ ਦੀ ਇਨਕਲੂਜਨ ਨੂੰ ਲੈ ਕੇ ਕਿ ਜੇ ਚੰਡੀਗੜ੍ਹ ਇਨਕਲੂਡ ਨਹੀਂ ਕੀਤਾ ਜਾਂਦਾ ਉਹ ਫਾਸਟ ਤੇ ਬੈਠ ਗਏ ਤੇ ਅਨਟੂ ਡੈਥ ਜਿਹੜਾ ਹੈਗਾ ਫਾਸਟ ਨੂੰ ਰੱਖ ਲਿਆ। ਉਹਦੇ ਨਾਲ ਸਿਚੁਏਸ਼ਨ ਕਾਫੀ ਵੋਲੇਟਾਈਲ ਹੋ ਗਈ ਤੇ ਸੈਂਟਰਲ ਗਵਰਨਮੈਂਟ ਨੇ ਇਹ ਪ੍ਰਜ਼ਿਊਮ ਕਰਕੇ ਕਿ ਲੈਂਡ ਐਂਡ ਆਰਡਰ ਪ੍ਰੋਬਲਮ ਹੋਰ ਇੰਟੈਂਸ ਹੋ ਸਕਦੀ ਹੈ, ਇੱਥੇ ਸੈਂਟਰਲ ਰਿਜ਼ਰਵ ਫੋਰਸਿਸ ਭੇਜਦੀਆਂ। ਉਸ ਟਾਈਮ ਸੀ ਚੀਫ ਮਿਨਿਸਟਰ ਗੁਰਨਾਮ ਸਿੰਘ, ਜਸਟਿਸ ਗੁਰਨਾਮ ਸਿੰਘ, ਅਕਾਲੀ ਦਲ ਦਾ ਚੀਫ ਮਿਨਿਸਟਰ ਸੀ ਜਨਵਰੀ 1970 ਦੇ ਵਿੱਚ। ਉਹਨੇ ਇਸ ਗੱਲ ਨੂੰ ਬੜਾ ਕੰਡੈਮ ਕੀਤਾ ਔਰ ਇਹ ਕਿਹਾ ਕਿ ਇਟ ਇਜ਼ ਏ ਡਾਇਰੈਕਟ ਅਟੈਕ ਔਨ ਦਾ ਫੈਡਰਲ ਸਟਰਕਚਰ ਆਫ ਦੀ ਕੰਟਰੀ ਔਰ ਸੈਂਟਰ ਨੂੰ ਜਿਹੜੀ ਹੈ ਇਹ ਸੈਂਟਰਲ ਫੋਰਸਿਸ ਵਿਦਆਊਟ ਕੰਸੈਂਟ ਆਫ ਦੀ ਸਟੇਟ ਗਵਰਨਮੈਂਟ ਨਹੀਂ ਭੇਜਣੀਆਂ ਚਾਹੀਦੀਆਂ। ਉਸ ਟਾਈਮ ਵੀ ਇਹ ਮਸਲਾ ਉੱਠਿਆ ਸੀ। ਉਸ ਟਾਈਮ ਸਾਡੇ ਹੋਮ ਮਿਨਿਸਟਰ ਸੀ YV ਚੌਹਾਨ, ਬੜੇ ਇੰਪੋਰਟੈਂਟ ਲੀਡਰ ਕਾਂਗਰਸ ਦੇ, ਮਹਾਰਾਸ਼ਟਰ ਤੋਂ ਸੀ YV ਚੌਹਾਨ। ਉਹਨਾਂ ਨੇ ਇਹ ਕਿਹਾ ਕਿ ਨਹੀਂ, ਜਿੱਥੇ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਹੈ, ਜਿੱਥੇ ਐਸੇ ਇਸ਼ੂਜ਼ ਹੈਗੇ, ਉੱਥੇ ਸਾਨੂੰ ਸੈਂਟਰ ਨੂੰ ਪੁੱਛਣ ਦੀ ਜ਼ਰੂਰਤ ਨਹੀਂ, ਅਸੀਂ ਆਪਣੇ ਆਪ ਇਹ ਕਾਰਵਾਈ ਕਰ ਸਕਦੇ ਹਾਂ। ਸਟੇਟ ਨੂੰ ਪੁੱਛਣ ਦੀ ਜ਼ਰੂਰਤ ਨਹੀਂ, ਸਟੇਟ ਨੂੰ ਪੁੱਛਣ ਦੀ ਜ਼ਰੂਰਤ ਨਹੀਂ, ਜੋ ਉਸ ਟਾਈਮ ਉਹਨਾਂ ਨੇ ਕਿਹਾ। ਲੇਕਿਨ ਉਸ ਟਾਈਮ ਤੱਕ ਸੰਵਿਧਾਨ ਦੇ ਵਿੱਚ ਕੋਈ ਐਸੀ ਵਿਵਸਥਾ ਨਹੀਂ ਸੀ ਜੋ ਸੈਂਟਰ ਨੂੰ ਆਥੋਰਾਈਜ਼ ਕਰ ਦੇਵੇ ਕਿ ਉਹ ਸਟੇਟਾਂ ਦੇ ਵਿੱਚ ਆਪਣੀਆਂ ਫੋਰਸਿਸ ਭੇਜ ਸਕਦੇ ਹੈਗੇ। ਫਿਰ ਇਹਨਾਂ ਨੇ ਅਮੈਂਡਮੈਂਟ ਲੱਗੇ। ਹਾਂਜੀ, ਉਹੀ ਮੈਂ ਗੱਲ ਕਰਦਾ ਕਿ ਜਨਵਰੀ 1977 ਦੇ ਵਿੱਚ ਤੁਹਾਨੂੰ ਪਤਾ ਹੈ ਐਮਰਜੈਂਸੀ ਦੇ ਟਾਈਮ ਇੱਕ ਬਹੁਤ ਐਗਜ਼ੌਸਟਿਵ ਅਮੈਂਡਮੈਂਟ ਹੋਈ ਸੀ, 42nd ਅਮੈਂਡਮੈਂਟ 4200 ਉਹਦੀਆਂ 57 ਕਲੌਜ਼ਸ ਸੀ। ਆਲਮੋਸਟ ਉਹਨੂੰ ਮਿਨੀ ਕਨਸਟੀਟਿਊਸ਼ਨ ਕਹਿੰਦੇ ਹੈਗੇ। ਉਹਨੇ ਬਹੁਤ ਕੁਝ ਸੰਵਿਧਾਨ ਦਾ ਅਮੈਂਡ ਕਰਕੇ ਰੱਖਤਾ, ਸਟੇਟਾਂ ਦਾ ਈਵਨ ਟਰਮ ਵੀ ਵਧਾਤੀ, ਬਹੁਤ ਕੁਝ ਹੋਇਆ। ਤੇ ਇੱਕ ਉਹਦੇ ਵਿੱਚ ਇਹ ਵੀ ਅਮੈਂਡਮੈਂਟ ਦੇ ਵਿੱਚ ਪਾਰਟ ਸੀ ਕਿ ਆਰਟੀਕਲ 257A ਇਨਸਰਟ ਕਰਤਾ। 257 ਦੇ ਨਾਲ ਉਹਦੇ ਵਿੱਚ ਕੀ ਲਿਖਿਆ ਕਿ ਅਸਿਸਟੈਂਸ ਟੂ ਸਟੇਟਸ, ਅਸਿਸਟੈਂਸ ਫॉर द डिप्लॉयमेंट ऑफ सेंट्रल फोर्सेस और CRPO ਜਿਹੜੀ ਵੀ ਮਤਲਬ ਸੈਂਟਰ ਦੀ ਫੋਰਸਿਸ ਹੈਗੀ ਉਹ ਸਟੇਟ ਨੂੰ ਅਸਿਸਟ ਕਰਨ ਵਾਸਤੇ ਸੈਂਟਰਲ ਗਵਰਨਮੈਂਟ ਡਿਪਲਾਈ ਕਰ ਸਕਦੀ ਹੈ ਜੀ। ਹੁਣ ਇਹ ਅਸੀਂ ਗੱਲ ਤਾਂ ਕਰ ਰਹੇ ਹਾਂ ਕਿ 1977 ਦੀ ਇਹ ਅਮੈਂਡਮੈਂਟ ਹੋਈ ਹੈ। 1977 ਦੇ ਵਿੱਚ ਸੈਂਟਰਲ ਗਵਰਨਮੈਂਟ ਨੇ ਆਪਣੇ ਆਪ ਨੂੰ ਆਥੋਰਾਈਜ਼ ਕਰ ਲਿਆ ਕਿ ਅਸੀਂ ਸੈਂਟਰਲ ਫੋਰਸਿਸ ਵਿਦਆਊਟ ਕੰਸੈਂਟ ਆਫ ਦੀ ਸਟੇਟ ਗਵਰਨਮੈਂਟ ਭੇਜ ਸਕਦੇ ਹਾਂ ਜੀ। 77 ਤੋਂ ਦੇਖ ਲਓ ਹਜੇ ਤੱਕ ਕਿੰਨਾ ਟਾਈਮ ਹੋ ਗਿਆ, ਤਕਰੀਬਨ 44 ਸਾਲ ਹੋ ਗਏ। ਸਾਡੀਆਂ ਦੋਨੇ ਮੇਜਰ ਪੋਲੀਟੀਕਲ ਪਾਰਟੀਆਂ ਜਿਹੜੀਆਂ ਅੱਜ ਬੋਲ ਰਹੀਆਂ ਹੈਗੀਆਂ ਉਹ ਵਾਰੀ ਸੈਂਟਰ ਦੇ ਵਿੱਚ ਵੀ ਰੂਲ ਕਰ ਚੁੱਕੀਆਂ ਹੈਗੀਆਂ ਇਹਨਾਂ 44 ਸਾਲਾਂ 'ਚ। ਔਰ ਇਹਨਾਂ 44 ਸਾਲਾਂ ਦੇ ਵਿੱਚ ਕਦੇ ਉਹਨਾਂ ਨੇ ਇਹ ਗੱਲ ਨਹੀਂ ਕੀਤੀ ਕਿ ਤੁਸੀਂ ਕਨਸਟੀਟਿਊਸ਼ਨ ਦੇ ਵਿੱਚ ਇਹ ਅਮੈਂਡ ਕਰਕੇ ਤੁਸੀਂ ਕੇਂਦਰ ਨੂੰ ਆਥੋਰਾਈਜ਼ ਕਰ ਲਿਆ ਸੈਂਟਰਲ ਫੋਰਸਿਸ ਨੂੰ। ਇਹ ਤਾਂ ਅਨਫੈਟਰਡ ਫੀਚਰ ਹੈ, ਇਹਨੂੰ ਕੱਢੋ। ਉਹਨਾਂ ਦੀਆਂ ਆਪਣੀਆਂ ਸਰਕਾਰਾਂ ਸੀ, ਉਹਨਾਂ ਨੂੰ ਪ੍ਰੈਸ਼ਰ ਪਾਉਣਾ ਚਾਹੀਦਾ ਸੀ। ਨਹੀਂ, ਇਹ ਉਦੋਂ ਪਾਰਲੀਮੈਂਟ ਦੇ ਵਿੱਚ ਸੁੱਤੇ ਰਹਿੰਦੇ ਆ, ਜਾਂ ਇਹ ਭਾਵਨਾ ਹੁੰਦੀ ਹੈ ਕਿ ਜੋ ਹੁੰਦਾ ਹੋਣ ਦਿਓ, ਸਾਨੂੰ ਕੀ, ਜਾਂ ਇਹਨਾਂ ਨੇ ਸਿਰਫ ਆਪਣੇ ਹਿੱਤ ਹੀ ਪਾਲਣੇ ਹੁੰਦੇ ਜਿਹੜੇ ਨਿੱਜ ਤੱਕ ਸੀਮਤ ਹੁੰਦੇ? ਉਹ ਆਪਣੇ ਹਿੱਤਾਂ ਨੂੰ ਜ਼ਿਆਦਾ ਮਤਲਬ ਮੌਕਾ ਪ੍ਰਸਤੀ ਜਿਹੜੀ ਹੈਗੀ ਨਾ, ਕਿ ਮੌਕਾ ਦੇਖ ਕੇ ਗੱਲ ਕਰਨੀ।
ਜੀ ਮੌਕਾ ਦੇ ਕੇ ਚੁੱਪ ਕਰ ਜਾਣਾ, ਮੌਕਾ ਦੇ ਕੇ ਐਸੀ ਗੱਲ ਕਰਨੀ ਜਿਹੜੀ ਉਹਨਾਂ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੀ, ਮੌਕਾ ਦੇ ਕੇ ਜਿਹੜਾ ਹੈਗਾ ਉਹਨੂੰ ਸਪੋਰਟ ਕਰ ਦੇਣਾ। ਮੈਂ ਤੁਹਾਨੂੰ ਇੱਕ ਇੱਥੇ ਐਗਜ਼ਾਮਪਲ ਜਿਹੜੀ ਇਹ ਗੱਲ ਕਰਦੇ ਹਾਂ ਆਪਾਂ, ਅੱਜ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਦਾ ਬੜਾ ਜ਼ਬਰਦਸਤ ਬਿਆਨ ਆ ਰਿਹਾ ਹੈ, ਬਾਕੀ ਪਾਰਟੀਆਂ ਤੋਂ ਬਿਲਕੁਲ ਅਲੱਗ, ਬੀਜੇਪੀ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਇਹ BSF ਦਾ ਜਿਹੜਾ ਜੂਰਿਸਡਿਕਸ਼ਨ ਐਕਸਟੈਂਡ ਕੀਤਾ ਹੈ ਇਹਨੂੰ ਅਪੋਜ਼ ਕਰ ਰਹੀਆਂ। ਕੈਪਟਨ ਅਮਰਿੰਦਰ ਸਿੰਘ ਜਸਟੀਫਾਈ ਕਰ ਰਹੇ ਇਕੱਲੇ ਨੂੰ। ਹਾਂ, ਇਟ ਇਜ਼ ਐਨ ਅਟੈਕ ਔਨ ਫੈਡਰਲਿਜ਼ਮ। ਲੇਕਿਨ ਇਕੱਲੇ ਕੈਪਟਨ ਸਾਹਿਬ ਇਸ ਨੂੰ ਕਹਿ ਰਹੇ ਕਿ ਇਹਦੇ ਨਾਲ ਤਾਂ ਸੂਬਾ ਸਟਰੈਂਥਨ ਹੋਏਗਾ ਜੀ। ਹੁਣ ਜੇ ਤੁਸੀਂ ਪਿੱਛੇ ਚਲੇ ਜਾਓ, 1994 ਦੇ ਵਿੱਚ ਕੈਪਟਨ ਸਾਹਿਬ ਦੀ ਕੀ ਪੋਲੀਟੀਕਲ ਪੋਜੀਸ਼ਨ ਸੀ, ਤੁਹਾਨੂੰ ਪਤਾ ਹੋਣਾ, ਯਾਦ ਹੋਣਾ, ਅੰਮ੍ਰਿਤਸਰ ਐਲਾਨਨਾਮੇ ਦੀ ਗੱਲ ਕਰਦੇ ਹੋ। ਹਾਂਜੀ ਹਾਂਜੀ, ਕਿ ਮਈ 1994 ਦੇ ਵਿੱਚ ਜਾਂ 30 ਅਪ੍ਰੈਲ 1994 ਨੂੰ ਅੰਮ੍ਰਿਤਸਰ ਐਲਾਨਨਾਮਾ ਜਿਹੜਾ ਹੈ ਉਹ ਹੋਇਆ। ਉਹਦੇ ਚ ਕੀ ਲਿਖਿਆ ਸੀ? ਉਹਦੇ ਚ ਕੈਪਟਨ ਸਾਹਿਬ ਜਿਹੜੇ ਸਿਗਨੇਟਰੀ ਹੈਗੇ, ਇੰਪੋਰਟੈਂਟ ਮੈਂਬਰਸ, 6 ਮੈਂਬਰਾਂ ਨੇ ਉਹਨੂੰ ਸਾਈਨ ਕੀਤਾ ਸੀ। ਉਹਦੇ ਵਿੱਚ ਤਲਵੰਡੀ ਵੀ ਸੀ, ਟੋੜਾ ਸਾਹਿਬ ਵੀ ਸੀ, ਬਰਨਾਲਾ ਵੀ ਸੀ, ਕਰਨਲ ਜਸਮੇਰ ਸਿੰਘ ਬਾਲਾ ਸੀ, ਮਨਜੀਤ ਸਿੰਘ ਸੀ ਤੇ ਕੈਪਟਨ ਸਾਹਿਬ ਸੀ। ਸਿਮਰਨਜੀਤ ਸਿੰਘ ਮਾਨ ਦੇ ਵੀ ਸਾਈਨ, ਸਿਮਰਨਜੀਤ ਸਿੰਘ ਮਾਨ ਦੇ ਵੀ ਸਾਈਨ, ਉਹ ਮੇਨ ਪਾਰਟ ਸੀ। 6 ਬੰਦਿਆਂ ਦੇ ਸਾਈਨ। ਬਿਲਕੁਲ। ਉਹਦੇ ਚ ਕੀ ਲਿਖਿਆ ਹੋਇਆ? ਕੈਪਟਨ ਸਾਹਿਬ ਇਹ ਤਾਂ ਕਹਿ ਨਹੀਂ ਸਕਦੇ ਕਿ ਮੈਂ ਤਾਂ ਬਗੈਰ ਪੜ੍ਹੇ ਸਾਈਨ ਕਰਤੇ। ਆਫਟਰ ਆਲ ਉਹਨਾਂ ਨੇ ਵਿਚਾਰ ਕਰਕੇ ਕੀਤਾ ਹੋਣਾ ਨਾ। ਉਹਦੇ ਚ ਇਹ ਲਿਖਿਆ ਹੋਇਆ ਹੈ ਕਿ ਜਿਹੜਾ ਹਿੰਦੁਸਤਾਨ ਹੈ ਉਹ ਵੱਖ-ਵੱਖ ਨੈਸ਼ਨੈਲਿਟੀਜ਼ ਦਾ, ਕਲਚਰਸ ਦਾ ਇੱਕ ਸੰਗ੍ਰਹਿ ਹੈ ਜੀ। ਔਰ ਐਸੇ ਮੁਲਕ ਦੇ ਵਿੱਚ ਜਿਹੜੀ ਹੈ ਇੱਕ ਕੌਨਫੈਡਰਲ ਸਰਕਾਰ ਚਾਹੀਦੀ ਹੈ। ਕੌਨਫੈਡਰਲ ਕੀ ਹੁੰਦੀ ਹੈ? ਇੱਕ ਹੁੰਦੀ ਹੈ ਯੂਨਿਟਰੀ ਫਾਰਮ ਆਫ ਗਵਰਨਮੈਂਟ ਜਿੱਥੇ ਸਾਰਾ ਕੁਝ ਸੈਂਟਰ ਕੋਲੇ ਹੋਵੇ, ਇੱਕ ਹੁੰਦੀ ਹੈ ਫੈਡਰਲ ਜਿੱਥੇ ਡਿਵੀਜ਼ਨ ਹੋਵੇ, ਇੱਕ ਹੁੰਦੀ ਹੈ ਕੌਨਫੈਡਰਲ। ਕੌਨਫੈਡਰਲ ਕੀ ਹੁੰਦਾ ਹੈ ਕਿ ਸਟੇਟਾਂ ਆਲਮੋਸਟ ਆਟੋਨੋਮਸ ਹੁੰਦੀਆਂ ਹੈਗੀਆਂ ਜੀ। ਸੈਂਟਰ ਕੋਲੇ ਥੋੜੇ ਜਿਹੇ ਕਾਮਨ ਕੰਸਰਨ ਦੇ ਇਸ਼ੂਜ਼ ਹੁੰਦੇ ਹੈਗੇ 4-5। ਤਾਂ ਉਹਦੇ ਵਿੱਚ ਅੰਮ੍ਰਿਤਸਰ ਐਲਾਨਨਾਮੇ ਦੇ ਵਿੱਚ ਇਹ ਕਿਹਾ ਗਿਆ ਕਿ ਇਹਨੂੰ ਕੌਨਫੈਡਰਲ ਲੀਹਾਂ ਤੇ ਜਿਹੜਾ ਹੈਗਾ ਸੰਵਿਧਾਨ ਨੂੰ ਫਰੇਮ ਕਰਨਾ ਚਾਹੀਦਾ। ਔਰ ਅੱਗੇ ਜਾ ਕੇ ਇਹ ਵੀ ਕਿਹਾ ਕਿ ਅਗਰ ਸੈਂਟਰਲ ਗਵਰਨਮੈਂਟ ਇਹਨੂੰ ਨਹੀਂ ਮੰਨਦੀ ਤਾਂ ਵੀ ਵਿਲ ਬੀ ਫੋਰਸ ਟੂ ਲਾਂਚ ਸਟਰਗਲ ਫਾਰ ਸੈਪਰੇਟ ਸਟੇਟ ਆਫ ਦੀ 6। ਮਤਲਬ ਕਿੰਨੀ ਬੜੀ ਗੱਲ ਕੈਪਟਨ ਸਾਹਿਬ ਨੇ 1994 ਦੇ ਵਿੱਚ ਕੀਤੀ ਸੂਬੇ ਦੇ ਉਹਦੇ ਵਿੱਚ ਸੰਦਰਭ ਦੇ ਵਿੱਚ, ਕਿ ਆਲਮੋਸਟ ਮਤਲਬ ਜਿਹੜੀ ਆਟੋਨੋਮਸ ਸਟੇਟ ਦੀ ਗੱਲ ਕਰਦੇ ਸੀ ਕਿ ਸਟੇਟਾਂ ਤਾਂ ਬਿਲਕੁਲ ਹੀ ਆਟੋਨੋਮਸ ਟਾਈਪ ਹੋਣੀਆਂ ਚਾਹੀਦੀਆਂ ਹਨ। ਅਗਰ ਸੈਂਟਰ ਇਹ ਨਹੀਂ ਮੰਨੇਗਾ ਫਿਰ ਅਸੀਂ ਅਲੱਗ ਸਟੇਟ ਦੀ ਡਿਮਾਂਡ ਕਰ ਲਵਾਂਗੇ। ਉਹੀ ਕੈਪਟਨ ਸਾਹਿਬ, ਮੈਨੂੰ ਯਕੀਨ ਨਹੀਂ ਹੁੰਦਾ ਕਿ ਉਹੀ ਕੈਪਟਨ ਸਾਹਿਬ ਹੈਗੇ, ਕਿਉਂਕਿ ਕੈਪਟਨ ਸਾਹਿਬ ਦੇ ਕਈ ਰੂਪ ਹੈਗੇ। ਇੱਕ ਹੈਗਾ 1994 ਵਾਲਾ, ਇੱਕ ਹੈਗਾ 2002 ਵਾਲਾ, ਫਿਰ 2017 ਵਾਲਾ, ਇੱਕ 1984 ਵਾਲਾ, ਇੱਕ 84 ਵਾਲਾ ਵੀ ਜਿਹਦੇ ਚ ਅਸਤੀਫਾ ਦੇ ਦਿੱਤੇ, ਜਿਹਦੇ ਛੱਡ ਕੇ ਉਹਨਾਂ ਨੇ ਅਕਾਲੀ ਦਲ ਜੁਆਇਨ ਕੀਤਾ। ਤਾਂ ਇਹ ਜਿਹੜੀਆਂ ਸ਼ਿਫਟਸ ਹੈਗੀਆਂ ਮੌਕਾ ਪ੍ਰਸਤੀ ਦੀ, ਕਿ ਇੱਕਦਮ ਤੁਸੀਂ ਰਾਸ਼ਟਰ ਭਗਤ ਬਣ ਜਾਂਦੇ ਹੋ। ਇੱਕ ਸਟੇਜ ਤੇ ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ? ਇਹ ਤੁਹਾਡੀ ਕੰਪਲਸ਼ਨ ਹੈ, ਤੁਹਾਡਾ ਸ਼ੌਕ ਹੈ? ਮੈਨੂੰ ਸਮਝਾਇਓ, ਤੁਸੀਂ ਪਟਿਆਲੇ ਦੇ ਆਸ-ਪਾਸ ਹੀ ਵਿਚਰੇ ਹੋ ਬਹੁਤਾ ਸਮਾਂ। ਇਹ ਜਿਹੜਾ ਸ਼ਖਸੀ ਵਿਰੋਧਾਭਾਸ ਹੁੰਦਾ ਹੈ, ਇਹ ਆਪਣੀ ਗੱਲ ਨੂੰ ਹੀ ਆਪੇ ਹੀ ਰੱਦ ਕਰ ਦੇਣਾ ਤੇ ਆਪੇ ਹੀ ਉਹਨੂੰ ਦੂਜੀ ਦਿਸ਼ਾ 'ਚ ਲੈ ਜਾਣਾ, ਇਹ ਮਾਨਸਿਕ ਪਹਿਲੂ ਲਈਏ, ਇਹਨੂੰ ਮਨੋਵਿਗਿਆਨਿਕ ਪਹਿਲੂ ਲਈਏ, ਜਾਂ ਇਹ ਸਿਰਫ ਮੌਕਾ ਪ੍ਰਸਤੀ ਹੈ ਔਰ ਮਤਲਬ ਪ੍ਰਸਤੀ ਹੈ? ਕਿਉਂਕਿ ਕੁਦਰਤੀ ਤੌਰ ਤੇ ਜੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਿਨਾਂ ਦੇ ਵਿੱਚ ਸਟੇਟ ਨੂੰ ਲੈ ਕੇ ਇਸ ਤਰ੍ਹਾਂ ਸੋਚਦੇ ਆ, ਉਸ ਤੋਂ ਬਾਅਦ ਉਹ ਕਰਤਾਰਪੁਰ ਲਾਂਘੇ ਤੋਂ ਲੈ ਕੇ ਬਾਕੀ ਮਾਮਲਿਆਂ ਦੇ ਵਿੱਚ ਇੰਨੇ ਸਖਤ ਸਟੈਂਡ ਲੈ ਜਾਂਦੇ ਆ, ਇਹ ਸਿਰੇ ਦੀ ਮੌਕਾ ਪ੍ਰਸਤੀ ਹੈ ਜਾਂ ਸਿਰੇ ਦੀ ਸਮਝ ਦੇ ਬਦਲਾਵ ਨੇ? ਇਹਨੂੰ ਤੁਸੀਂ ਸਮਝਦੇ ਹੋ ਕਿ ਜਿਵੇਂ ਜਿਵੇਂ ਬੰਦਾ ਸਮਝਦਾਰ ਹੁੰਦਾ ਜਾਂਦਾ, ਉਹਨੂੰ ਪਤਾ ਲੱਗਦਾ ਜਾਂਦਾ ਕੈਪਟਨ ਅਮਰਿੰਦਰ ਸਿੰਘ ਉਦੋਂ ਅਣਜਾਣ ਸੀ ਤੇ ਹੁਣ ਸਮਝਦਾਰ ਹੋ ਗਏ, ਜਾਂ ਅੱਜ ਕੱਲ ਮਸਲੇ ਹੋ ਗਏ ਤੇ ਉਦੋਂ ਜ਼ਿਆਦਾ ਸਿਆਣੇ ਸੀ? ਨਹੀਂ, ਇਹ ਮੌਕਾ ਪ੍ਰਸਤੀ ਹੋਈ ਹੈ ਕਿ ਜਿਹੜੀ ਸਟੇਜ ਤੇ ਤੁਹਾਨੂੰ ਜਿਹੜੀ ਗੱਲ ਸੂਟ ਕਰਦੀ ਹੈ, ਉਸ ਟਾਈਮ ਜੋ ਪੰਜਾਬ ਦੇ ਹਾਲਾਤ ਸੀ ਉਹ ਰੈਡੀਕਲ ਐਲੀਮੈਂਟ ਦੀ ਜ਼ਿਆਦਾ ਡੋਮੀਨੈਂਸ ਸੀ। ਖੜਕੂਵਾਦ ਜ਼ਿਆਦਾ ਸੀ। ਇਹਨਾਂ ਨੂੰ ਇਹ ਲੱਗਦਾ ਸੀ ਕਿ ਜੇ ਅਸੀਂ ਤੱਤੀ ਗੱਲ ਕਰਾਂਗੇ ਤਾਂ ਸਾਡੀ ਲੋਕਾਂ ਦੇ ਵਿੱਚ ਜ਼ਿਆਦਾ ਸਾਖ ਬਣ ਜਾਏਗੀ। ਉਸ ਟਾਈਮ ਤੱਤੀ ਗੱਲ ਕਰ ਲਈ। ਹਾਂਜੀ, ਹੁਣ ਜਦ ਕਹਿੰਦੇ ਨਾ ਗਿਰੀ ਖੋਤੇ ਤੋਂ ਗੁੱਸਾ ਘੁਮਿਆਰ ਤੇ, ਹੁਣ ਆਪਣੀ ਪਾਰਟੀ ਨੇ ਉਹਨਾਂ ਨੂੰ ਲਾਇਆ ਚੀਫ ਮਿਨਿਸਟਰੀ ਤੋਂ,
ਲੇਕਿਨ ਉਹ ਸੂਬੇ ਦੇ ਖਿਲਾਫ ਹੀ ਕੰਮ ਕਰਨ ਲੱਗ ਗਿਆ, ਆਪਣੀ ਸਰਕਾਰ ਦੇ ਖਿਲਾਫ ਹੀ ਗੱਲ ਕਰਨ ਲੱਗ ਗਿਆ, ਆਪਣੀ ਪਾਰਟੀ ਦੇ ਖਿਲਾਫ ਗੱਲ ਕਰਨ ਲੱਗ ਗਿਆ। ਪਾਰਟੀ ਦੀ ਕੀ ਲਾਈਨ ਹੈ, ਚੰਨੀ ਸਾਹਿਬ ਕੀ ਕਹਿ ਰਹੇ ਹਨ, ਸੁਖਜਿੰਦਰ ਸਿੰਘ ਰੰਧਾਵਾ ਕੀ ਕਹਿ ਰਿਹਾ ਹੈ, ਸੋਨੀ ਕੀ ਕਹਿ ਰਿਹਾ ਹੈ, ਸਾਰੀ ਪਾਰਟੀ ਦੇ ਜਿਹੜੇ ਲੀਡਰ ਹੈਗੇ ਦੇ ਆਰ ਅਪੋਜ਼ਿੰਗ। ਲੇਕਿਨ ਕੱਲਾ ਕੈਪਟਨ ਸਾਹਿਬ ਨੂੰ ਰਾਸ਼ਟਰਵਾਦ ਦਾ ਮੋਹ ਜਿਹੜਾ ਹੈਗਾ ਉਹ ਅੱਜ ਕੱਲ੍ਹ ਜ਼ਿਆਦਾ ਜਾਗਿਆ ਹੋਇਆ। ਇਹ ਜਿਹੜੀ ਸਿਰੇ ਦੀ ਮੌਕਾ ਪ੍ਰਸਤੀ ਹੈ ਕਿ ਤੁਸੀਂ ਆਪਣੀ ਪਾਰਟੀ ਸਾਈਡਲਾਈਨ ਹੋ ਗਏ ਤੇ ਤੁਸੀਂ ਸੈਂਟਰ ਨੂੰ ਖੁਸ਼ ਕਰਨ ਵਾਸਤੇ ਐਸੀਆਂ ਗੱਲਾਂ ਕਰ ਰਹੇ ਹੋ। ਸਾਰਿਆਂ ਨੂੰ ਪਤਾ ਹੈ, ਕੋਈ ਮਤਲਬ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਕਿਵੇਂ ਜਿਹੜੇ ਲੀਡਰ ਹੈਗੇ ਉਹ ਟਾਈਮ ਟੂ ਟਾਈਮ ਮੌਕੇ ਦੇ ਹਿਸਾਬ ਨਾਲ ਚੇਂਜ ਹੁੰਦੇ ਹੈਗੇ। ਮੈਨੂੰ ਹੁਣ ਦੱਸਿਓ, ਮੈਨੂੰ ਜ਼ਰੂਰ ਦੱਸਿਓ, ਕਿਉਂਕਿ ਇਹ ਬੜਾ ਅਹਿਮ ਪਹਿਲੂ ਆ ਕਿ ਕੇਂਦਰ ਸਰਕਾਰ ਜਾਂ ਕੋਈ ਵੀ ਹਾਕਮ ਜਮਾਤ ਜਿਹੜੀ ਸੈਂਟਰ 'ਚ ਰੋਲ ਕਰਦੀ ਹੈ, ਉਹ ਇਹੋ ਜਿਹੇ ਫੈਸਲੇ ਲੈਣ ਤੋਂ ਪਹਿਲਾਂ ਸਟੇਟ ਨੂੰ ਕੰਸਲਟ ਕਰਨਾ ਵੀ ਠੀਕ ਨਹੀਂ ਸਮਝਦੀ। ਕਿਉਂਕਿ ਇੱਕ ਰੌਲਾ ਸ਼ੁਰੂ 'ਚ ਇਹ ਪੈ ਗਿਆ ਸੀ ਕਿ ਚਰਨਜੀਤ ਸਿੰਘ ਚੰਨੀ ਜਦੋਂ ਗ੍ਰਹਿ ਮੰਤਰੀ ਨੂੰ ਮਿਲਣ ਗਏ ਤਾਂ ਜਿਹੜੀ ਉਹਨਾਂ ਨੇ ਮੰਗ ਰੱਖੀ, ਜਿਹਦਾ ਬਾਅਦ 'ਚ ਉਹਨਾਂ ਟਵੀਟ ਦੇ ਰੂਪ ਦੇ ਵਿੱਚ ਵੀ ਸਾਹਮਣੇ ਆਉਂਦਾ ਰਿਹਾ, ਸਿੱਧੂ ਦੇ ਸਲਾਹਕਾਰ ਤੇ ਬਾਕੀ ਹੋਰ ਸਾਰੇ ਉਹਨੂੰ ਅੱਗੇ ਵਧਾਉਂਦੇ ਰਹੇ ਕਿ ਚੰਨੀ ਸਾਹਿਬ ਤਾਂ ਮੰਗ ਕਰਕੇ ਆਏ ਸੀ ਕਿ ਸਾਨੂੰ ਜਿਹੜਾ ਉਹ ਬਾਰਡਰ ਸੀਲ ਕਰੋ ਜੀ। ਸੋ ਮੈਨੂੰ ਇਹ ਦੱਸੋ ਕਿ ਕੇਂਦਰ ਨੇ ਕਿਸੇ ਰੂਪ 'ਚ ਸਟੇਟ ਦੀ ਸਹਿਮਤੀ ਲਈ, ਕੋਈ ਪ੍ਰਵਾਨਗੀ ਲਈ, ਜਾਂ ਇਹਨਾਂ ਨੂੰ ਕਿਸੇ ਪੱਧਰ ਦੇ ਉੱਤੇ ਆਪਣੇ ਨਾਲ ਤੋਰਿਆ? ਅੱਜ ਬੇਸ਼ੱਕ ਰੌਲਾ ਹੈ ਕਿਉਂਕਿ ਸਟੇਟ ਦੇ ਵਿੱਚ ਸਰਵ ਕਰਨ ਲਈ, ਸਟੇਟ ਦੇ ਲੋਕਾਂ ਨੂੰ ਨਾਲ ਲੈ ਕੇ ਤੁਰਨ ਲਈ ਤੁਹਾਨੂੰ ਵਿਰੋਧ ਕਰਨਾ ਹੀ ਪੈਣਾ, ਪਰ ਤੁਹਾਨੂੰ ਲੱਗਦਾ ਕਿ ਕਿਸੇ ਪੱਧਰ ਤੇ ਸਟੇਟ ਗਵਰਨਮੈਂਟ ਕੇਂਦਰ ਦੀ ਹਾਂ ਝਾਂ ਮਿਲਾਉਂਦੀ ਰਹੀ ਹੋਊਗੀ ਇਸ ਮਾਮਲੇ 'ਚ? ਦੇਖੋ, ਮੈਨੂੰ ਇੱਕ ਗੱਲ ਸੁਖਬੀਰ ਦੀ ਠੀਕ ਲੱਗੀ, ਉਹਨੇ ਵੀ ਇਹ ਗੱਲ ਕਹੀ ਹੈ ਕਿ ਜਿਹੜਾ ਐਡਾ ਬੜਾ ਫੈਸਲਾ ਹੋਇਆ ਨਾ ਸੈਂਟਰਲ ਫੋਰਸ ਦਾ ਜੂਰਿਸਡਿਕਸ਼ਨ ਐਕਸਟੈਂਡ ਕਰਨ ਦਾ, ਕਿ ਵਿਦਆਊਟ ਕੰਸੈਂਟ ਆਫ ਦੀ ਚੀਫ ਮਿਨਿਸਟਰ ਨਹੀਂ ਹੋ ਸਕਦਾ। ਇੱਥੇ ਮੈਨੂੰ ਲੱਗਦਾ ਕਿ ਦੋ ਬੰਦਿਆਂ ਤੇ ਜਿਹੜਾ ਹੈਗਾ ਉਹ ਜਾਂਦੀ ਹੈ ਗੱਲ। ਇੱਕ ਤਾਂ ਕੈਪਟਨ ਅਮਰਿੰਦਰ ਸਿੰਘ ਮਿਲੇ ਰੀਸੈਂਟਲੀ ਅਮਿਤ ਸ਼ਾਹ ਨੂੰ, ਉਸ ਤੋਂ ਬਾਅਦ ਚੰਨੀ ਸਾਹਿਬ ਮਿਲੇ। ਤੇ ਕਈ ਵਾਰੀ ਪਾਰਟੀਆਂ ਦੀ ਪ੍ਰੋਬਲਮ ਇਹ ਹੁੰਦੀ ਹੈ ਨਾ, ਜਿਹੜੀ ਡਬਲ ਸਪੀਕਿੰਗ ਦੀ ਆਪਾਂ ਗੱਲ ਕਰਦੇ ਹਾਂ। ਮੈਂ ਤਾਂ ਇਹ ਦੇਖਿਆ ਕਿ ਜਿੰਨੇ ਸਮਝੌਤੇ ਵੀ ਹੁੰਦੇ ਹੈਗੇ ਨਾ, ਇੱਕ ਪਾਰਟੀ ਦੀ ਗੱਲ ਨਹੀਂ, ਆਪਾਂ ਸਾਰਿਆਂ ਦੀ ਗੱਲ ਕਰਦੇ ਹਾਂ, ਕਿ ਕਾਗਜ਼ ਦੇ ਵਿੱਚ ਕੁਝ ਹੋਰ ਸਮਝੌਤਾ ਹੁੰਦਾ, ਕੰਨ ਦੇ ਵਿੱਚ ਹੋਰ ਹੁੰਦਾ। ਬਿਲਕੁਲ 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 ਬਿਲਕੁਲ। ਕਾਗਜ਼ ਤੇ ਕੁਝ ਹੋਰ ਲਿਖ ਲਿਆਂਦੇ ਹੈਗੇ, ਜਿਹੜਾ ਕਾਗਜ਼ ਤੇ ਲਿਖਿਆ ਹੁੰਦਾ ਪਬਲਿਕ ਕੰਜ਼ੰਪਸ਼ਨ ਵਾਸਤੇ ਹੁੰਦਾ, ਸਿਰਫ ਕਿ ਲੋਕਾਂ ਨੂੰ ਬੇਵਕੂਫ ਬਣਾਉਣਾ। ਪੰਜਾਬ ਦੀ ਲੀਡਰਸ਼ਿਪ ਦੇ ਉੱਤੇ ਤਾਂ ਦੋਸ਼ ਹੈ, ਪੰਜਾਬ ਦੀ ਲੀਡਰਸ਼ਿਪ ਤੇ ਤਾਂ ਲੱਗਦਾ ਹੀ ਆ, ਔਰ ਇਹ ਬਹੁਤ ਜਗ੍ਹਾ ਤੇ ਸਾਫ਼ ਆ ਚਿੱਟੇ ਦਿਨ ਵਾਂਗ ਕਿ ਇਹਨਾਂ ਨੇ ਸਟੇਟ ਦੇ ਵੱਲ ਪਿੱਠ ਕੀਤੀ। ਇਹ ਜਿਹੜਾ ਕਾਗਜ਼ ਤੇ ਕੰਨ ਦੀ ਗੱਲ ਹੈ ਨਾ, ਇਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਕਿ ਕਾਗਜ਼ ਤੇ ਤੁਸੀਂ ਹੋਰ ਕਹਿੰਦੇ ਹੋ, ਕੰਨ ਦੇ ਵਿੱਚ ਤੁਸੀਂ ਹੋਰ ਕਹਿੰਦੇ ਹੋ। ਤੁਹਾਡੀ ਕੰਨ ਵਾਲੀ ਗੱਲ ਸੈਂਟਰਲ ਗਵਰਨਮੈਂਟ ਮੰਨ ਲੈਂਦੀ ਹੈ, ਕਾਗਜ਼ ਵਾਲੀ ਮੰਨਦੀ ਨਹੀਂ। ਮਤਲਬ ਜੇ ਕੰਨ ਵਾਲੀ ਗੱਲ ਸੰਵਿਧਾਨਕ ਤੌਰ ਤੇ ਠੀਕ ਨਾ ਹੋਵੇ, ਸਹਿਮਤੀ ਤਾਂ ਕਾਗਜ਼ ਤੇ ਹੋਣੀ ਹੁੰਦੀ ਹੈ ਨਾ ਜੀ। ਅਖੀਰ ਦੇ ਵਿੱਚ ਜੇਕਰ ਕੋਈ ਐਸੀ ਸੰਵਿਧਾਨਕ ਪ੍ਰਕਿਰਿਆ ਹੈ ਜਾਂ ਕੇਂਦਰ ਦੀ ਆਪਣੀ ਲਿਖਾ ਪੜੀ ਚ ਆਉਂਦੀ ਹੈ, ਤੁਹਾਨੂੰ ਲੱਗਦਾ ਲੋੜ ਹੀ ਨਹੀਂ ਸੀ ਲਿਖਾ ਪੜੀ ਦੀ? ਸੰਵਿਧਾਨ ਅਮੈਂਡ ਕਰਕੇ ਉਹਨਾਂ ਨੇ ਹੱਕ ਪਹਿਲੇ ਹਾਸਲ ਕਰ ਲਿਆ। ਵੈਸੇ ਤਾਂ ਇਹ ਹੈ ਕਿ ਜੇ ਅਸੀਂ ਸੰਵਿਧਾਨਕ ਤੌਰ ਤੇ ਦੇਖੀਏ, ਜੇ ਅਸੀਂ ਕਨਸਟੀਟਿਊਸ਼ਨ ਦੇ ਫਰੇਮਵਰਕ ਦੇਖੀਏ, ਤਾਂ ਅੱਜ ਦੀ ਡੇਟ ਦੇ ਵਿੱਚ 1977 ਤੋਂ ਲੈ ਕੇ ਹੁਣ ਤੱਕ ਸੈਂਟਰਲ ਗਵਰਨਮੈਂਟ ਇਜ਼ ਆਥੋਰਾਈਜ਼ਡ ਟੂ ਡਿਪਲੋਏ ਦਾ ਸੈਂਟਰਲ ਫੋਰਸਿਸ in any state without the consent of concerned state। ਅੱਛਾ, ਇਹ ਸੰਵਿਧਾਨਕ ਪੋਜੀਸ਼ਨ ਹੈ। ਲੇਕਿਨ ਜੇ ਤੁਸੀਂ ਆਪਣੇ ਸੰਘਾਤਮਕ ਢਾਂਚੇ ਨੂੰ ਸੁਚਾਰੂ ਰੂਪ ਦੇ ਵਿੱਚ ਚਲਾਉਣਾ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਸੈਂਟਰ ਤੇ ਸਟੇਟਾਂ ਦੇ ਵਿੱਚ ਕਨਫਰੰਟੇਸ਼ਨ ਨਾ ਹੋਣ, ਤਾਂ ਸਟੇਟ ਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਐਸੀਆਂ ਗੱਲਾਂ ਕਰਨੀਆਂ ਚਾਹੀਦੀਆਂ। ਵੈਸਟ ਬੰਗਾਲ ਦੇ ਵਿੱਚੋਂ ਵੀ ਰਿਐਕਸ਼ਨ ਆ ਗਿਆ ਤੇ ਇਧਰੋਂ ਪੰਜਾਬ ਦੇ ਵਿੱਚੋਂ ਵੀ ਆ ਗਿਆ, ਕਿਉਂਕਿ ਬਾਕੀ ਦੋ ਸਟੇਟਾਂ ਜਿਹੜੀਆਂ ਸਟੇਟਾਂ ਗਈਆਂ, ਗੁਜਰਾਤ, ਉੱਥੇ ਤਾਂ ਬੀਜੇਪੀ ਦੀ ਸਰਕਾਰ, ਉੱਥੇ ਕੀ ਰਾਜਸਥਾਨ ਵਾਲੇ ਨੇ ਵੀ ਦੱਬੀ ਸੁਰ ਦੇ ਵਿੱਚ ਇਹਦੀ, ਰਾਜਸਥਾਨ ਵਾਲੇ ਵੀ ਦੱਬੀ ਸੁਰ ਦੇ ਵਿੱਚ ਕਹਿਤਾ। ਤਾਂ ਇਹ ਜਿਹੜੀਆਂ ਗੱਲਾਂ ਹੈਗੀਆਂ ਕਿ ਜਦ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਹੋ ਰਹੀ ਸੀ, ਜਦ ਪਾਰਟੀਆਂ ਨੇ ਆਵਾਜ਼ ਕਿਉਂ ਨਹੀਂ ਉਠਾਈ? 44 ਸਾਲ ਹੋ ਗਏ, 44 ਸਾਲ ਦੇ ਵਿੱਚ ਦੋਨਾਂ ਸਾਡੀਆਂ ਮੇਜਰ ਪਾਰਟੀਆਂ ਨੇ ਰਾਜ ਕਰ ਲਿਆ। ਉਸ ਟਾਈਮ ਇਹ ਸਾਡੀ ਪ੍ਰੋਬਲਮ ਇਹ ਹੈ ਕਿ ਜਦ ਤੱਕ ਗੱਲ ਵਾਪਰ ਰਹੀ ਹੁੰਦੀ ਹੈ, ਜਦ ਤੱਕ ਅਸੀਂ ਬੋਲਦੇ ਨਹੀਂ। ਜਦੋਂ ਪਬਲਿਕ ਇਸ਼ੂ ਬਣ ਜਾਂਦਾ, ਫਿਰ ਅਸੀਂ ਇੱਕ ਤੋਂ ਇੱਕ ਅੱਗੇ ਹੋ ਕੇ ਉਹਦੀ ਗੱਲ ਕਰਦੇ ਹਾਂ। ਮੈਨੂੰ ਇਹ ਦੱਸਿਓ, ਕਿਉਂਕਿ ਦੇਖੋ ਗੱਲ ਜਦੋਂ ਅਨੰਦਪੁਰ ਸਾਹਿਬ ਦੇ ਮਤੇ ਦੀ ਆਉਂਦੀ ਹੈ ਜਾਂ ਅਕਾਲੀ ਦਲ ਦੀਆਂ ਵੱਖ-ਵੱਖ ਸਟਰਗਲਸ ਨੂੰ ਦੇਖਦੇ ਆ, ਤਾਂ ਰੌਲਾ ਇੱਕੋ ਹੀ ਗੱਲ ਦਾ ਰਿਹਾ ਕਿ ਸਾਨੂੰ ਖੁਦ ਮੁਖਤਾਰੀ ਚਾਹੀਦੀ ਆ। ਜਿਹੜਾ ਫੈਡਰਲ ਢਾਂਚਾ ਹੈ ਇਹਦੇ ਤੇ ਜ਼ੋਰ ਹੋਇਆ, ਸੰਘੀ ਢਾਂਚੇ ਲਈ ਲੜਾਈਆਂ ਲੜੀਆਂ ਗਈਆਂ, ਮੋਰਚੇ ਲਾਏ ਗਏ, ਹਮੇਸ਼ਾ ਇਹ ਕਿਹਾ ਗਿਆ ਕਿ ਸੂਬਿਆਂ ਦੇ ਇਖਤਿਆਰਾਤ ਤੇ ਕੇਂਦਰ ਜਿਹੜਾ ਕਦੇ
ਹਮਲਾ ਨਾ ਕਰੇ, ਲੇਕਿਨ ਸਭ ਤੋਂ ਜ਼ਿਆਦਾ ਪੰਜਾਬ ਤੇ ਹੋਇਆ। ਜਦੋਂ ਅਸੀਂ ਖਾੜਕੂਵਾਦ ਦਾ ਦੌਰ ਦੇਖਦੇ ਹਾਂ 1984 ਤੋਂ ਬਾਅਦ ਦੀਆਂ ਘਟਨਾਵਾਂ, ਕਿੰਨੀ ਵਾਰੀ ਰਾਸ਼ਟਰਪਤੀ ਰਾਜ ਲੱਗਿਆ, ਕਿੰਨੀ ਵਾਰੀ ਜਿਹੜਾ ਉੱਥੇ ਅਮੈਂਡਮੈਂਟਸ ਹੋਈਆਂ ਨੇ ਜਿਹੜੀਆਂ ਪਾਰਲੀਮੈਂਟ ਦੇ ਵਿੱਚ, ਕੋਈ ਬੋਲਿਆ ਨਹੀਂ, ਚੂੰ ਨਹੀਂ ਕੀਤੀ ਕਿਸੇ ਨੇ। ਔਰ ਮੈਂ ਇਹੀ ਪੁੱਛਣਾ ਚਾਹੁੰਦਾ ਹੈ ਕਿ ਅਕਾਲੀ ਦਲ ਜਿਹੜਾ ਅੱਜ ਕਹਿ ਰਿਹਾ ਕਿ ਇਹ ਤਾਂ ਬਹੁਤ ਹੀ ਵੱਡਾ ਧੱਕਾ ਹੋ ਗਿਆ, ਇਹਦਾ ਜਿਹੜਾ ਆਪਣਾ ਕਿਰਦਾਰ ਇਹ ਵੀ ਦੋਹਰਾ ਨਜ਼ਰ ਆ ਰਿਹਾ। ਵੱਖ-ਵੱਖ ਮੌਕਿਆਂ ਦੇ ਉੱਤੇ ਸੰਘੀ ਢਾਂਚੇ ਦੀ ਵਕਾਲਤ ਕਰਨ ਵਾਲਾ ਅਕਾਲੀ ਦਲ ਪਿਛਲੇ ਦਿਨਾਂ 'ਚ ਕੰਨਾਂ 'ਚ ਤੇਲ ਪਾ ਕੇ ਸੌਂ ਗਿਆ। ਇਹ ਵੀ ਤਾਂ ਲੋਕ ਪੁੱਛਣਗੇ ਨਾ ਕਿ ਆਖਰ ਅੱਜ ਤੁਹਾਨੂੰ ਲੱਗਦਾ ਕਿ ਤੁਹਾਡੀ ਕੇਂਦਰ ਨਾਲ ਸੂਤ ਨਹੀਂ, ਅੱਜ ਬੀਜੇਪੀ ਨਾਲ ਪੰਗਾ ਹੈ ਤੇ ਅੱਜ ਤੁਸੀਂ ਵਿਰੋਧ 'ਚ ਖੜੇ ਹੋ। ਤੇ ਜਿਸ ਦਿਨ ਤੁਸੀਂ ਬੀਜੇਪੀ ਦੇ ਨਾਲ ਬੈਠੇ ਸੀ ਪਾਰਲੀਮੈਂਟ ਦੇ ਵਿੱਚ ਵੀ ਔਰ ਕੈਬਨਿਟ ਦੇ ਵਿੱਚ ਵੀ, ਉਸ ਦਿਨ ਤੁਸੀਂ ਮੌਕੇ ਬਮੌਕਾ ਚੁੱਪ ਕਰਕੇ ਗੁਜ਼ਾਰਾ ਕਰ ਲੈਂਦੇ ਰਹੇ। ਕਈ ਐਸੇ ਫੈਸਲੇ ਹੋਏ ਆ ਦੇਸ਼ ਭਰ ਦੇ ਵਿੱਚ, ਅਕਾਲੀ ਦਲ ਆਪਣੇ ਸਿਧਾਂਤਕ ਸਟੈਂਡ ਤੋਂ ਥਿੜਕਿਆ, ਉਹਨਾਂ ਨੇ ਚੁੱਪੀ ਵੱਟ ਲਈ, ਬੋਲੇ ਹੀ ਨਹੀਂ। ਤੇ ਅੱਜ ਕੱਲ ਬੋਲਣ ਲੱਗਿਆ ਕਿਉਂਕਿ ਪੰਜਾਬ ਦੀ ਰਾਜਨੀਤੀ ਹੈ ਤੇ ਪੰਜਾਬ ਦੀ ਰਾਜਨੀਤੀ ਵੋਟ ਨਾਲ ਜੁੜੀ ਹੈ। ਮੈਨੂੰ ਦੱਸਿਓ, ਜਰਾ ਸਮਝਾਇਓ, ਕਿਉਂਕਿ ਤੁਸੀਂ ਅਕਾਲੀ ਦਲ ਤੇ ਕੰਮ ਬਹੁਤ ਕੀਤਾ ਹੈ। ਉਹਦੇ 'ਚ ਇਹ ਹੈ ਕਿ ਬਾਕੀ ਪਾਰਟੀਆਂ ਤੋਂ ਤਾਂ ਕੋਈ ਜ਼ਿਆਦਾ ਐਕਸਪੈਕਟੇਸ਼ਨ ਲੋਕਾਂ ਨੂੰ ਹੈ ਹੀ ਨਹੀਂ ਜੀ। ਅਕਾਲੀ ਦਲ ਇੱਥੇ ਦੀ ਖੇਤਰੀ ਪਾਰਟੀ ਹੈ ਔਰ ਅਕਾਲੀ ਦਲ ਦਾ ਲਗਾਤਾਰ ਇਹ ਸਟੈਂਡ ਰਿਹਾ ਹੈਗਾ, ਬਟਾਲਾ ਰੈਜ਼ੋਲੂਸ਼ਨ ਤੋਂ ਲੈ ਕੇ ਅੰਮ੍ਰਿਤਸਰ ਡਿਕਲੇਰੇਸ਼ਨ, ਚਾਹੇ ਅੰਮ੍ਰਿਤਸਰ ਡਿਕਲੇਰੇਸ਼ਨ ਦੇ ਵਿੱਚ ਬਾਦਲ ਸਾਹਿਬ ਨਹੀਂ ਸੀ, ਪਰ ਫੋਕਸ ਤਾਂ ਹਮੇਸ਼ਾ ਸਟੇਟ ਆਟੋਨੋਮੀ ਤੇ ਰਿਹਾ ਹੈ। ਪਰ ਅਕਾਲੀ ਦਲ ਦੀ ਇੱਕ ਪ੍ਰੋਬਲਮ ਇਹ ਵੀ ਰਹੀ ਹੈ ਕਿ ਜਦ ਤਾਂ ਉਹ ਪਾਵਰ ਦੇ ਵਿੱਚ ਹੁੰਦੇ ਹੈਗੇ ਜੀ, ਤਾਂ ਕਿਸੇ ਇਸ਼ੂ ਤੇ ਉਹ ਬੋਲਦੇ ਨਹੀਂ, ਲੋਕਾਂ ਨੂੰ ਸ਼ਿਕਵਾ ਹੈ ਜੀ। ਲੇਕਿਨ ਜਦ ਪਾਵਰ ਤੋਂ ਬਾਹਰ ਆ ਜਾਂਦੇ ਨੇ ਤਾਂ ਉਹਨਾਂ ਨੂੰ ਸਾਰੇ ਇਸ਼ੂਜ਼ ਯਾਦ ਆ ਜਾਂਦੇ ਨੇ। ਤੁਸੀਂ ਦੇਖਣਾ ਜਿੰਨੇ ਮੋਰਚੇ ਲੱਗੇ ਹੈਗੇ ਨਾ, ਸਾਰੇ ਜਦੋਂ ਆਊਟ ਆਫ ਪਾਵਰ ਸੀ। ਲੇਕਿਨ ਮੈਨੂੰ ਇੱਕ ਗੱਲ ਦੀ ਬੜੀ ਖੁਸ਼ੀ ਹੋਈ ਕਿ ਜੋ ਪ੍ਰੈਜ਼ੈਂਟ ਇਸ਼ੂ ਹੈ ਉਹਦੇ 'ਚ ਅਕਾਲੀ ਦਲ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੀ। ਬਾਕੀ ਪਾਰਟੀਆਂ ਤਾਂ ਸਿਰਫ ਸਟੇਟਮੈਂਟਾਂ ਹੀ ਦੇ ਰਹੀਆਂ ਜੀ, ਸਿਰਫ ਸਟੇਟਮੈਂਟਾਂ ਤੋਂ ਇਲਾਵਾ ਹੋਰ ਕੁਝ ਨਹੀਂ, ਅੰਦਰ ਖਾਤੇ ਪਤਾ ਨਹੀਂ ਕੀ ਕਰਦੀਆਂ ਹੈਗੀਆਂ। ਵੈਸੇ ਤਾਂ ਆਪ ਦੀ ਵੀ ਸਟੇਟਮੈਂਟ ਆ ਗਈ ਇਹਦੇ ਅਗੇਂਸਟ ਕਾਂਗਰਸ ਦੀ ਵੀ ਸਟੇਟਮੈਂਟ ਆ ਗਈਆਂ ਮਹਾਰਾਜਾ ਸਾਹਿਬ ਨੂੰ ਛੱਡ ਕੇ, ਇਹਦੇ ਅਗੇਂਸਟ ਢੀਂਡਸਾ ਸਾਹਿਬ ਦੀ ਵੀ ਸਟੇਟਮੈਂਟ ਆ ਗਈ। ਸਾਰੀਆਂ ਪੋਲੀਟੀਕਲ ਪਾਰਟੀਆਂ, ਇੱਕ ਮੇਰਾ ਖਿਆਲ ਬੀਐਸਪੀ ਦੀ ਜਿਹੜੇ ਅਕਾਲੀਆਂ ਦੇ ਅਲਾਈ ਹੈਗੇ ਉਹਨਾਂ ਦੀ ਨਹੀਂ ਕੋਈ ਆਈ। ਪਰ ਅਕਾਲੀ ਦਲ ਇੱਕ ਐਸਾ ਵਾਹਦ ਪਾਰਟੀ ਹੈ, ਮੈਨੂੰ ਇਹ ਥੋੜੀ ਜਿਹੀ ਤਸੱਲੀ ਹੁੰਦੀ ਹੈ ਕਿ ਚਲੋ, ਕਿਉਂਕਿ ਅਸੀਂ ਸ਼ੁਰੂ ਤੋਂ ਆਪਾਂ ਤਕਰੀਬਨ, ਮੈਨੂੰ ਤਾਂ ਪਤਾ ਹੈ ਕਿ ਮੈਂ ਕਦੇ ਕਾਂਗਰਸ ਨੂੰ ਵੋਟ ਨਹੀਂ ਪਾਈ, ਹਮੇਸ਼ਾ ਮੈਂ ਖੇਤਰੀ ਪਾਰਟੀਆਂ ਦੇ ਹੱਕ 'ਚ ਰਿਹਾ। ਲੇਕਿਨ ਮੈਨੂੰ ਬੜਾ ਅਫਸੋਸ ਹੁੰਦਾ ਜੇ ਇਹ ਆਪਣਾ ਰੋਲ ਪ੍ਰੋਪਰਲੀ ਨਹੀਂ ਨਿਭਾ ਰਹੇ। ਥੋੜਾ ਜਿਹਾ ਹੁਣ ਇਹ ਲੱਗਿਆ, ਚਾਹੇ ਪਾਵਰ ਤੋਂ ਬਾਹਰ ਆਉਣ ਦੇ ਬਾਅਦ ਹੀ ਆ, ਆਪਾਂ ਨੂੰ ਪਤਾ ਕਿ ਪਾਵਰ ਦੇ ਵਿੱਚ ਇਹਨਾਂ ਨੇ ਹਿੰਮਤ ਨਹੀਂ ਕੀਤੀ ਬੋਲਣ ਦੀ। ਸਾਰਿਆਂ ਨੂੰ ਪਤਾ ਹੈ ਕਿ ਜਦ ਉੱਪਰ ਸੈਂਟਰ ਨਾਲ ਜੁੜੇ ਹੁੰਦੇ ਨੇ ਕੁਝ ਬੋਲਦੇ ਹੀ ਨਹੀਂ। 77 ਦੀ ਆਪਾਂ ਗੱਲ ਕਰਦੇ ਹਾਂ ਕਿ ਜਨਵਰੀ 77 ਦੇ ਵਿੱਚ ਅਮੈਂਡਮੈਂਟ ਹੋਈ ਸੀ। 77 ਦੇ ਵਿੱਚ ਜਿਹੜੀ ਸਰਕਾਰ ਬਣੀ ਜਨਤਾ ਪਾਰਟੀ ਦਾ, ਦੇ ਵਰ ਪਾਰਟਨਰ ਆਫ ਦੈਟ ਗਵਰਨਮੈਂਟ, ਉਸੇ ਟਾਈਮ ਅਮੈਂਡ ਕਰਵਾ ਲੈਂਦੇ ਜਦ ਬਹੁਤ ਕੁਝ ਸਾਰੀ ਤੁਹਾਨੂੰ ਪਤਾ ਹੋਣਾ ਕਿ ਜਿਹੜੀ 42nd ਅਮੈਂਡਮੈਂਟ ਹੈ ਨਾ, ਉਹਦੀਆਂ ਬਹੁਤ ਜ਼ਿਆਦਾ ਕਲੌਜ਼ਸ ਰੱਦ ਹੋ ਗਈਆਂ ਸੀ ਜੀ। 42nd ਅਮੈਂਡਮੈਂਟ ਤੋਂ ਬਾਅਦ ਨਾ ਇੱਕ ਹੋਰ ਅਮੈਂਡਮੈਂਟ ਹੋਈ 44th, ਉਹ ਜਨਤਾ ਪਾਰਟੀ ਦੇ ਟਾਈਮ ਹੋਈ 44th ਅਮੈਂਡਮੈਂਟ। ਉਹਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਜਿੰਨੇ ਵੀ ਇਹਦੀਆਂ ਨੈਗੇਟਿਵ ਕਲੌਜ਼ਸ ਹੈਗੀਆਂ 42nd ਅਮੈਂਡਮੈਂਟ ਦੀਆਂ, ਉਹਨਾਂ ਨੂੰ ਰਿਵਰਸ ਕਰਤਾ ਉਹਨਾਂ ਨੇ ਜੀ। ਜਦ ਇਹ ਗੱਲ ਚੱਲੀ ਰਹੀ ਸੀ ਰਿਵਰਸ ਕਰਨ ਦੀ, ਉਹਦੇ 'ਚ ਇਹਨਾਂ ਨੂੰ ਇਨ ਟੱਚ ਰਹਿ ਕੇ ਸਟੱਡੀ ਕਰਕੇ ਥੋੜਾ ਜਿਹਾ, ਜਦ ਸਟੇਕ ਹੀ ਇਹਨਾਂ ਦਾ ਉੱਥੇ ਹੈ, ਤੇ ਇਹ ਆਰਟੀਕਲ 257A ਦਾ ਮਸਲਾ ਵੀ ਕਰਨਾ ਚਾਹੀਦਾ ਸੀ। ਫਿਰ ਉਸ ਤੋਂ ਬਾਅਦ ਜਿਹੜੀਆਂ ਕਿੰਨੀਆਂ ਸਰਕਾਰਾਂ ਦੇ ਵਿੱਚ ਰਹੇ, ਕਾਂਗਰਸ ਤੋਂ ਤਾਂ ਚਲੋ ਨਾ ਐਕਸਪੈਕਟ ਕਰੋ ਕਿਉਂਕਿ ਨੈਸ਼ਨਲ ਪਾਰਟੀ ਉਹ ਆਪ ਐਸਾ ਕੁਝ ਕਰਦੀ ਰਹੀ ਹੈ ਪਾਸਟ ਦੇ ਵਿੱਚ, ਚਾਹੇ ਵੈਸਟ ਬੰਗਾਲ ਦੀ ਮੈਂ ਐਗਜ਼ਾਮਪਲ ਦਿੱਤੀ, ਚਾਹੇ ਪੰਜਾਬ ਦੀ ਐਗਜ਼ਾਮਪਲ ਦਿੱਤੀ 1970 ਦੇ ਵਿੱਚ, ਕਾਂਗਰਸ ਨੇ ਵੀ ਇਹੀ ਕੁਝ ਕੀਤਾ ਨਹੀਂ। ਬਹੁਤੀਆਂ ਰੌ ਰੀਤਾਂ ਤੇ ਉਹਨਾਂ ਦੀਆਂ ਹੀ ਪਾਈਆਂ ਹੋਈਆਂ ਨੇ, ਜਿੰਨੇ ਪਾਈਆਂ ਹੋਈਆਂ। ਤੇ ਕਾਂਗਰਸ ਤੋਂ ਤਾਂ ਕੋਈ ਜ਼ਿਆਦਾ ਐਕਸਪੈਕਟ ਕੀਤਾ ਹੀ ਨਹੀਂ ਜਾ ਸਕਦਾ। ਜੋ ਕੁਝ ਉਹ ਕਰ ਰਿਹਾ ਸਿਰਫ ਪਬਲਿਕ ਕੰਜ਼ੰਪਸ਼ਨ ਵਾਸਤੇ ਕਰ ਰਿਹਾ ਜੀ। ਲੇਕਿਨ ਅਕਾਲੀ ਦਲ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਹੈਗੀਆਂ। ਚਲੋ ਦੇਰ ਆਏ ਦਰੁਸਤ ਆਏ, ਕੁਛ ਤਾਂ ਗੱਲ ਕੀਤੀ ਜਾ ਰਹੀ ਹੈ। ਸੁਖਬੀਰ ਬਾਦਲ ਨੇ ਗਵਰਨਰ ਕੋਲੇ ਮੈਮੋਰੰਡਮ ਦੇਣ ਦੀ ਕੋਸ਼ਿਸ਼ ਕੀਤੀ, ਉੱਥੋਂ ਚਾਹੇ ਅਰੈਸਟ ਕਰ ਲਿਆ, ਲੇਕਿਨ ਇੱਕ ਆਵਾਜ਼ ਬੁਲੰਦ ਹੋ ਰਹੀ ਹੈ। ਸਾਰੀਆਂ ਪਾਰਟੀਆਂ ਦੇ ਵਿੱਚ ਵੀ ਕੰਸੈਂਸਸ ਬਣ ਰਿਹਾ ਕਿ ਇਹਨੂੰ ਅਪੋਜ਼ ਕਰੀਏ। ਇਹ ਜਿਹੜਾ ਮੁੱਦਾ ਹੈ ਬਹੁਤ ਇੰਪੋਰਟੈਂਟ ਮੁੱਦਾ ਹੈ ਔਰ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਇਹਦੇ ਤੇ ਫਾਈਟ ਕਰਨਾ ਚਾਹੀਦਾ ਹੈ, ਕਿਉਂਕਿ ਇਨਡਾਇਰੈਕਟਲੀ ਐਮਰਜੈਂਸੀ ਟਾਈਪ ਹੀ ਹੈ। ਤੁਹਾਨੂੰ ਲੱਗਦਾ ਹੈ ਕਿ ਮੈਂ ਮਾਫੀ ਚਾਹੁੰਦਾ ਤੁਹਾਨੂੰ ਰੋਕ ਲਿਆ,
ਕਿਉਂਕਿ ਹਾਂਜੀ ਜਦੋਂ ਕਿਸਾਨੀ ਬਿੱਲ ਆਏ, ਕਿਸਾਨੀ ਕਾਨੂੰਨ ਬਣ ਗਏ ਉਹ, ਔਰ ਹਾਂਜੀ ਉਸ ਤੋਂ ਬਾਅਦ ਹੁਣ ਤੱਕ ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋਈ। ਕੀ ਇਸ ਹਾਂਜੀ ਮਾਮਲੇ 'ਚ ਜੇਕਰ ਸੰਗਠਿਤ ਰੂਪ 'ਚ ਵੀ ਵਿਰੋਧ ਕੀਤਾ ਜਾਵੇ, ਔਰ ਵਿਰੋਧ ਵੀ ਸਿਰਫ ਪੰਜਾਬ ਵੱਲੋਂ ਹੀ ਉੱਠੇ, ਹੋਰ ਕਿਧਰੋਂ ਉੱਠਣਾ ਤਾਂ ਹੈ ਨਹੀਂ ਜੀ। ਜੇ ਇਹ ਵਫਦ ਹਾਂਜੀ ਲੈ ਕੇ ਵੀ ਜਾਂਦੇ ਆ, ਧਰਨਾ ਹਾਂਜੀ ਪ੍ਰਦਰਸ਼ਨ ਹਾਂਜੀ ਵੀ ਕਰਨਗੇ ਜਾਂ ਕੁਝ ਵੀ, ਹੋਣਾ ਤਾਂ ਪੰਜਾਬ 'ਚੋਂ ਆ। ਤਾਂ ਤੁਹਾਨੂੰ ਹਾਂਜੀ ਲੱਗਦਾ ਕਿ ਕੇਂਦਰ ਦੇ ਹਾਕਮ ਇਸ ਗੱਲ ਨੂੰ ਕਿਧਰੇ ਮੰਨ ਲੈਣਗੇ, ਫੈਸਲਾ ਵਾਪਸ ਹੋ ਸਕਦਾ? ਮੈਨੂੰ ਤਾਂ ਮੈਂ ਲੱਗਦਾ ਨਹੀਂ ਕਿ ਬਿਲਕੁਲ ਵਾਪਸ ਹੋਣ ਵਾਲਾ। ਕਿਸਾਨਾਂ ਦਾ ਇਹ ਡਰ ਹੈ। ਵੈਸੇ ਤਾਂ ਸਾਰੀਆਂ ਪਾਰਟੀਆਂ ਨੂੰ ਜੋ ਅਪੀਲ ਕਰ ਸਕਦੇ ਸੀ ਕਿ ਤੁਸੀਂ ਜਾ ਕੇ ਗੱਲ ਕਰੋ। ਕਿਸਾਨਾਂ ਨੂੰ ਇਹ ਖਦਸ਼ਾ ਹੈ, ਜਿਵੇਂ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ, ਕਿ ਜਿਹੜੀਆਂ ਪਾਰਟੀਆਂ ਹੈਗੀਆਂ ਜਾਂ ਸਮਝੌਤਾ ਕਰਨ ਜਾਂਦੀਆਂ ਨੇ, ਉੱਥੇ ਕੰਨ ਦੇ ਵਿੱਚ ਕੁਝ ਹੋਰ ਕਹਿ ਜਾਂਦੀਆਂ ਨੇ ਤੇ ਲਿਖਵਾ ਕੇ ਕੁਝ ਹੋਰ ਲੈ ਆਉਂਦੀਆਂ ਨੇ। ਜੀ ਸਾਡੀਆਂ ਕਿਸਾਨ ਜਥੇਬੰਦੀਆਂ ਇਸ ਹਿਸਾਬ ਨਾਲ ਬਹੁਤ ਸਿਆਣੀਆਂ ਹੈਗੀਆਂ ਕਿ ਉਹਨਾਂ ਨੇ ਪੋਲੀਟੀਕਲ ਪਾਰਟੀਆਂ ਦੇ ਹੱਥ ਦੇ ਵਿੱਚ ਕਮਾਂਡ ਦਿੱਤੀ ਹੋਈ ਨਹੀਂ। ਜਿਸ ਦਿਨ ਇਹਨਾਂ ਦੇ ਹੱਥ ਦੇ ਵਿੱਚ ਰੰਧਾਵਾ ਸਾਹਿਬ ਕਮਾਂਡ ਆ ਗਈ ਨਾ, ਜਦ ਇਹ ਸਮਝੌਤਾ ਕਰਨ ਗਏ, ਲਿਖਵਾ ਕੇ ਕਿਸਾਨਾਂ ਦੇ ਹੱਕ 'ਚ ਸਭ ਕੁਝ ਲੈ ਆਣਗੇ, ਕੋਈ ਵੀ ਪਾਰਟੀ ਹੋਵੇ, ਲੇਕਿਨ ਕੰਨ ਦੇ ਵਿੱਚ ਕੁਝ ਹੋਰ ਕਹਿ ਕੇ ਆ ਜਾਣਗੇ। ਬਿਲਕੁਲ ਠੀਕ ਹੈ। ਕੰਨ ਤੇ ਕਾਗਜ਼ ਵਾਲਾ ਜਿਹੜਾ ਸਮਝੌਤਾ ਹੈ ਨਾ, ਇਹ ਦੋ ਤਰ੍ਹਾਂ ਦੇ ਸਮਝੌਤੇ ਚੱਲਦੇ ਨੇ। ਨਹੀਂ, ਕਾਗਜ਼ ਵਾਲਾ ਕੁਦਰਤੀ ਹੈ। ਸਮਝੌਤਾ ਹੋਰ ਹੁੰਦਾ ਹੈ, ਕੰਨ ਵਾਲਾ ਹੋਰ ਹੁੰਦਾ ਹੈ। ਭਰੋਸੇਯੋਗ ਤਾਂ ਬਚੀ ਨਹੀਂ, ਪੋਲੀਟੀਸ਼ੀਅਨ ਦੀ ਭਰੋਸੇਯੋਗਤਾ ਭਰੋਸੇਯੋਗਤਾ। ਇਹਨਾਂ ਦੀ ਬਚੀ ਨਹੀਂ, ਇਸ ਹੂੰ ਕਰਕੇ ਇਹ ਪ੍ਰੋਬਲਮ ਹੈ। ਲੇਕਿਨ ਇਹ ਤਾਂ ਜਿਹੜਾ ਇਸ਼ੂ ਹੈ ਅੱਜ BSF ਦੇ ਜੂਰਿਸਡਿਕਸ਼ਨ ਨੂੰ ਐਕਸਟੈਂਡ ਕਰਨ ਦਾ, ਇਹ ਤਾਂ ਪਿਓਰਲੀ ਜਿਹੜਾ ਫੈਡਰਲ ਇਸ਼ੂ ਹੈ। ਇਹ ਤਾਂ ਕਿਸੇ ਸੈਕਸ਼ਨ ਨਾਲ ਕੋਈ ਤਾਲੁਕ ਨਹੀਂ। ਹੂੰ ਇਹ ਤਾਂ ਨੈਸ਼ਨਲ ਸਿਕਿਉਰਿਟੀ ਦਾ ਇੱਕ ਬਹਾਨਾ ਹੈ। ਨੈਸ਼ਨਲ ਸਿਕਿਉਰਿਟੀ ਇਹਦੇ ਨਾਲ ਕਿਵੇਂ ਹੋ ਜਾਏਗੀ? ਕਿਵੇਂ ਤੁਸੀਂ ਤਸਕਰ ਫੜ ਲਓਗੇ, ਕਿਵੇਂ ਤੁਸੀਂ ਅਸਲਾ ਫੜ ਲਓਗੇ, ਕੀ ਕਰੋਗੇ? ਨੈਸ਼ਨਲ ਸਿਕਿਉਰਿਟੀ ਦੇ ਬਾਰੇ ਤੁਸੀਂ ਕੀ ਕਰੋਗੇ ਜਦ ਤੁਸੀਂ ਬਾਰਡਰ ਤੇ ਬੈਠੇ, ਇੰਟਰਨੈਸ਼ਨਲ ਬਾਰਡਰ ਤੇ ਬਾਰਡਰ ਸਿਕਿਉਰਿਟੀ ਫੋਰਸ ਬੈਠੀ ਹੈ, 15 ਕਿਲੋਮੀਟਰ ਤੱਕ ਅੰਦਰ ਤੱਕ ਆ ਸਕਦੇ ਨੇ। ਜਦ ਇੰਨਾ ਕੁਝ ਹੁੰਦੇ ਹੋਏ ਤੁਸੀਂ ਕਿਸੇ ਨੂੰ ਨਹੀਂ ਰੋਕ ਸਕਦੇ, ਤੇ 35 ਕਿਲੋਮੀਟਰ ਹੋਰ ਅੱਗੇ ਆ ਕੇ ਤੁਸੀਂ ਕੀ ਕਰ ਲਵੋਗੇ? ਨਾ, ਠੀਕ ਗੱਲ ਬਲਕਿ ਤੁਹਾਡੀ। ਇਹ ਤਾਂ ਬੜਾ ਇਹ ਇਹ ਫੈਸਲਾ ਰਾਜਨੀਤਿਕ ਫੈਸਲਾ ਹੈ। ਮੈਂ ਤੇ ਜਾਂਦੇ ਜਾਂਦੇ, ਹਾਂ, ਮੈਂ ਜਾਂਦੇ ਜਾਂਦੇ ਹੁਣ ਤੁਹਾਡੇ ਤੋਂ ਇੱਕ ਅਹਿਮ ਸਵਾਲ ਜਿਹੜਾ ਮੇਰੇ ਬ੍ਰੇਨ 'ਚ ਅਕਸਰ ਉੱਠਦਾ ਰਹਿੰਦਾ ਹੈ। ਮੈਨੂੰ ਦੱਸਿਓ ਜ਼ਰਾ, ਆਪਣੀ ਉਮਰ, ਤਾ ਉਮਰ ਤੁਸੀਂ ਲਿਖਣ ਪੜ੍ਹਨ ਦਾ ਕੰਮ ਕੀਤਾ ਤੇ ਤਾ ਉਮਰ ਤੁਸੀਂ ਪੋਲੀਟੀਕਲ ਸਰਗਰਮੀਆਂ ਤੇ ਬਾਜ ਅੱਖ ਰੱਖੀ। ਮੈਨੂੰ ਸਮਝਾਇਓ, ਸਾਡੇ ਪੋਲੀਟੀਸ਼ੀਅਨਸ ਵਿਜ਼ਨਰੀ ਨਹੀਂ ਆ? ਸਾਡੇ ਪੋਲੀਟੀਸ਼ੀਅਨ ਢੀਠ ਨੇ, ਮਚਲੇ ਨੇ? ਮੈਨੂੰ ਇਹ ਵੀ ਸਮਝਾਇਓ ਕਿ ਪਾਰਲੀਮੈਂਟ ਦੇ ਵਿੱਚ ਕੀ ਅਸੀਂ ਢੰਗ ਦੇ ਆਗੂ ਨਹੀਂ ਅੱਜ ਤੱਕ ਭੇਜ ਸਕੇ? ਪੰਜਾਬ ਦੀ ਔਰ ਖੇਤਰੀ ਨੁਮਾਇੰਦਗੀ ਕਰਨ ਵਾਲੇ ਭਾਵੇਂ ਖੇਤਰੀ ਪਾਰਟੀ ਦੇ ਨੁਮਾਇੰਦੇ ਸੀ, ਉਹਨਾਂ ਨੇ ਵੀ ਕਿਤੇ ਡੱਕਾ ਨਹੀਂ ਤੋੜਿਆ। ਤੁਹਾਨੂੰ ਕੀ ਲੱਗਦਾ, ਤੁਹਾਡੀ ਪਰਸੈਪਸ਼ਨ ਕੀ ਹੈ? ਇਹ ਵਿਜ਼ਨਰੀ ਨਹੀਂ ਗੇ, ਬੌਧਿਕ ਕੰਗਾਲੀ ਦਾ ਸ਼ਿਕਾਰ ਨੇ, ਜਾਂ ਇਹ ਜਾਣ ਬੁੱਝ ਕੇ ਮਚਲੇ ਹੋ ਜਾਂਦੇ? ਮੈਨੂੰ ਲੱਗਦਾ ਜਾਣਬੁੱਝ ਕੇ ਮਚਲੇ ਹੋ ਜਾਂਦੇ ਨੇ। ਵਿਜ਼ਨਰੀ ਤਾਂ ਬਹੁਤ ਹੈਗੇ। ਜਿੱਥੇ ਇਹਨਾਂ ਦੀ ਆਪਣੀ ਉਹਦਾ ਗੱਲ ਹੁੰਦੀ ਹੈ ਇੰਟਰਸਟ ਦੀ, ਉੱਥੇ ਬਹੁਤ ਸਿਆਣੇ ਹੈਗੇ। ਉੱਥੇ ਤਾਂ ਇਹ ਸਿਆਣੇ ਬਣ ਜਾਂਦੇ ਹੈਗੇ। ਵਿਜ਼ਨਰੀ ਦੀ ਕੀ ਗੱਲ ਹੈ? ਇਹਨਾਂ ਨੂੰ ਵੀ ਪਤਾ ਕਿ ਸੰਵਿਧਾਨ ਦੇ ਵਿੱਚ ਕੀ ਹੈ, ਕੀ ਹੋ ਰਿਹਾ ਹੈ। ਇੰਨੇ ਐਕਸਪੀਰੀਅੰਸ ਵਾਲੇ ਲੀਡਰ ਹੈਗੇ। ਜਿਵੇਂ ਆਪਾਂ ਬਾਦਲ ਸਾਹਿਬ ਦੀ ਗੱਲ ਕਰਦੇ ਹਾਂ ਕਿ ਸਾਰੀ ਉਮਰ ਸਿਆਸਤ ਦੇ ਵਿੱਚ ਲਗਾਤੀ। ਜਦ 1970 ਦੇ ਵਿੱਚ 77 ਦੇ ਵਿੱਚ ਸਰਕਾਰ ਬਣੀ, ਉੱਥੇ ਬੜੇ ਸਿਆਣੇ ਸਿਆਣੇ ਅਕਾਲੀ ਦਲ ਦੇ ਬੰਦੇ ਸੀ। ਉਸ ਟਾਈਮ ਇਹ ਫੈਸਲਾ ਹੋਇਆ ਸੀ ਜਦੋਂ 1977 ਦੀਆਂ ਲੋਕ ਸਭਾ ਇਲੈਕਸ਼ਨ ਹੋਈਆਂ ਕਿ ਜਿੰਨੇ ਇੰਪੋਰਟੈਂਟ ਟੌਪ ਲੀਡਰਸ਼ਿਪ ਹੈ ਅਕਾਲੀ ਦਲ ਦੀ, ਉਹ ਇਲੈਕਸ਼ਨ ਲੜੇਗੀ। ਤੁਹਾਨੂੰ ਯਾਦ ਹੋਣਾ ਕਿ ਉਹਦੇ ਵਿੱਚ ਤਲਵੰਡੀ ਸਾਹਿਬ ਪ੍ਰੈਜ਼ੀਡੈਂਟ ਸੀ, ਉਹਨਾਂ ਨੇ ਇਲੈਕਸ਼ਨ ਲੜੀ। ਟੌੜਾ ਸਾਹਿਬ ਨੇ ਇਲੈਕਸ਼ਨ ਲੜੀ, ਬਾਦਲ ਸਾਹਿਬ ਨੇ ਇਲੈਕਸ਼ਨ ਲੜੀ, ਬਰਨਾਲੇ ਨੇ ਇਲੈਕਸ਼ਨ ਲੜੀ। ਜਿੰਨੀ ਟੌਪ ਦੀ ਲੀਡਰਸ਼ਿਪ ਸੀ ਸਾਰੀ, ਉਹ 1977 ਵਾਲੀ ਪਾਰਲੀਮੈਂਟ ਦੇ ਵਿੱਚ ਮੌਜੂਦ ਸੀ, ਜਦ 42ਵੀਂ ਅਮੈਂਡਮੈਂਟ ਨੂੰ ਰਿਵਰਸ ਕਰਨ ਦਾ ਪ੍ਰੋਸੈਸ ਚੱਲ ਰਿਹਾ ਸੀ। ਬਰਨਾਲਾ ਸਾਹਿਬ ਵੀ ਘੱਟ ਸਿਆਣੇ ਨਹੀਂ ਸੀ, ਵਕੀਲ ਸੀ। ਬਾਦਲ ਸਾਹਿਬ ਨੇ ਤਾਂ ਸਾਰੀ ਉਮਰ ਸਿਆਸਤ ਦੇ ਵਿੱਚ ਲਾਈ ਹੈ। ਇੰਨਾ ਮੈਚਿਓਰ ਲੀਡਰ, ਟੌੜਾ ਸਾਹਿਬ ਵਰਗੇ, ਤਲਵੰਡੀ ਸਾਹਿਬ ਵਰਗੇ ਇੰਨੇ ਟੌਪ ਦੇ ਲੀਡਰ, ਉਹਨਾਂ ਨੂੰ ਇਹ ਗੱਲ ਨਹੀਂ ਸਮਝ ਆਈ ਕਿ 257 ਇਹ ਕਿਸ ਵਾਸਤੇ ਲਿਆਂਦਾ ਜਾ ਰਿਹਾ, ਕਿਹੜੀਆਂ ਸਟੇਟਾਂ ਵਾਸਤੇ ਲਿਆਂਦਾ ਜਾ ਰਿਹਾ ਹੈ? ਜਿਹੜੀਆਂ ਬਾਰਡਰ ਸਟੇਟਾਂ ਹੈਗੀਆਂ ਉਹਨਾਂ ਵਾਸਤੇ ਲਿਆਂਦਾ ਜਾ ਰਿਹਾ ਨਾ। ਜਾਂ ਜੰਮੂ ਕਸ਼ਮੀਰ 'ਚ ਕੰਮ ਆਏਗਾ, ਜਾਂ ਪੰਜਾਬ 'ਚ ਕੰਮ ਆਏਗਾ, ਜਾਂ ਵੈਸਟ ਬੰਗਾਲ ਜਾਏਗਾ, ਜਾਂ ਅਸਾਮ 'ਚ ਆਏਗਾ, ਜਾਂ ਮਿਜ਼ੋਰਮ ਵਗੈਰਾ 'ਚ ਆ ਜਾਏਗਾ। ਹੋਰ ਤਾਂ ਕਿਸੇ ਦਾ ਸਟੇਟ ਦਾ ਕੋਈ ਮਸਲਾ ਹੀ ਨਹੀਂ। ਗੁਜਰਾਤ ਦਾ ਕੋਈ ਮਸਲਾ ਨਹੀਂ, ਉੱਥੇ ਕੋਈ ਨਹੀਂ ਬੋਲੇਗਾ। ਰਾਜਸਥਾਨ ਦਾ ਕੋਈ ਮਸਲਾ ਨਹੀਂ, ਉੱਥੇ ਵੀ ਨਹੀਂ ਕੋਈ ਬੋਲੇਗਾ, ਕਿਉਂਕਿ ਉੱਥੇ ਰੀਜਨਲ ਪਾਰਟੀਆਂ ਹੈ ਹੀ ਨਹੀਂ। ਆਪਾਂ ਪਹਿਲਾਂ ਵੀ ਗੱਲ ਕਰਕੇ ਚੁੱਕੇ ਹਾਂ ਕਿ ਗੁਜਰਾਤ ਤੇ ਰਾਜਸਥਾਨ ਤਾਂ ਐਸੀਆਂ ਦੋ ਸਟੇਟਾਂ ਹੈਗੀਆਂ ਜਿੱਥੇ ਨੈਸ਼ਨਲ ਪਾਰਟੀਆਂ 'ਚ ਹੀ ਕੰਪੀਟੀਸ਼ਨ ਹੈ।
ਉੱਥੇ ਕੋਈ ਰੀਜਨਲ ਪਾਰਟ ਨੂੰ ਜਿਹੜਾ ਆਪਣੀ ਸਟੇਟ ਦੀ ਗੱਲ ਕਰੇ, ਉੱਥੋਂ ਕੀ ਆਵਾਜ਼ ਉੱਠਣੀ ਹੈ। ਬਾਕੀ ਜਿਹੜੀਆਂ 3 ਸਟੇਟਾਂ ਹੈਗੀਆਂ, ਸਾਡੀ ਪੰਜਾਬ ਹੈ, ਸਾਡਾ ਵੈਸਟ ਬੰਗਾਲ ਹੈ, ਅਸਾਮ ਹੈ, ਜੰਮੂ ਕਸ਼ਮੀਰ, ਇਹਨਾਂ ਦੇ ਬਾਰੇ ਐਕਟ ਬਣਦੇ ਨਾ, ਇਹਨਾਂ ਨੂੰ ਵੀ ਪ੍ਰੋਬਲਮ ਹੋਣੀ ਚਾਹੀਦੀ ਹੈ। ਇਹ ਸਾਰੀਆਂ ਪੰਜੋ ਦੀਆਂ ਪੰਜੋ ਸਟੇਟਾਂ ਦੀਆਂ ਪਾਰਟੀਆਂ ਮਿਲ ਕੇ ਕਿਉਂ ਨਹੀਂ ਇਹਨਾਂ ਨੇ ਡਿਮਾਂਡ ਕੀਤੀ? ਇਕੱਲੇ ਅਕਾਲੀ ਦਲ ਦੀ ਗੱਲ ਨਹੀਂ, ਉੱਥੇ ਵੈਸਟ ਬੰਗਾਲ ਦੀ ਵੀ ਲੀਡਰਸ਼ਿਪ ਸੀ, ਉੱਥੇ ਅਸਾਮ ਦੀ ਵੀ, ਉੱਥੇ ਜੰਮੂ ਕਸ਼ਮੀਰ ਦੀ ਵੀ। 5 ਸਟੇਟਾਂ ਦੇ ਤਾਂ ਬੜੇ ਇੰਪੋਰਟੈਂਟ ਬੰਦੇ ਸੀ 1977 ਦੇ ਵਿੱਚ। ਉਹਨਾਂ ਨੂੰ ਜਦ 44th ਅਮੈਂਡਮੈਂਟ ਹੋ ਰਹੀ ਸੀ, 42nd ਅਮੈਂਡਮੈਂਟ ਨੂੰ ਰਿਵਰਸ ਕਰਨ ਵਾਸਤੇ ਕਿ ਕਿਹੜੀਆਂ ਦੀਆਂ ਗੱਲਾਂ ਮਾੜੀਆਂ ਹੈਗੀਆਂ ਜਿਹੜੀਆਂ ਆਪਾਂ ਰਿਵਰਸ ਕਰ ਸਕਦੇ ਹਾਂ, ਉਹਦੇ 'ਚ ਆਰਟੀਕਲ 257A ਇਹਨਾਂ ਨੂੰ ਡਿਮਾਂਡ ਕਰਨੀ ਚਾਹੀਦੀ ਸੀ 5 ਸਟੇਟਾਂ ਨੂੰ ਮਿਲ ਕੇ, ਪਰ ਕਿਸੇ ਨੇ ਨਹੀਂ ਕੀਤੀ। ਉਹੀ ਮਚਦਾਪਨ ਜਿਹੜਾ ਹੈ ਨਾ ਕਿ ਆਪਾਂ ਕੀ ਲੈਣਾ, ਆਪਣੇ ਕੋਲੇ ਪਾਵਰ ਆ ਗਈ, ਜਦ ਤੱਕ ਤਾਂ ਪਾਵਰ ਲੈਣੀ ਹੈ। ਇੱਕ ਵਾਰੀ ਮਨਪ੍ਰੀਤ ਵੀ ਕਹਿੰਦਾ, ਹਰਚਰਨ ਬੈਂਸ ਦੀ ਸੀ ਕਿ ਈਵਨ ਮਨਪ੍ਰੀਤ ਵਰਗਾ ਬੰਦਾ ਕਹਿੰਦਾ ਜੀ ਇੱਕ ਵਾਰੀ ਤੁਸੀਂ ਸਾਡਾ ਸਿੰਘਾਂ ਨੂੰ ਹੱਥ ਪਵਾ ਦਿਓ ਸਰਕਾਰ ਦਿਆਂ ਨੂੰ, ਬਾਅਦ 'ਚ ਕੋਈ ਗੱਲ ਨਹੀਂ, ਇਸ਼ੂ ਕੁਛ ਨਹੀਂ ਹੁੰਦੇ, ਬਸ ਸਾਨੂੰ ਪਾਵਰ ਦਿਲਾ ਦਿਓ। ਐਸੇ ਸਿਆਣੇ ਬੰਦੇ ਵੀ ਇਹ ਸੋਚ ਰੱਖਦੇ। ਬਿਲਕੁਲ ਠੀਕ ਹੈ, ਬਿਲਕੁਲ। ਮਚਲਾਪਨ, ਮੌਕਾ ਪ੍ਰਸਤੀ, ਇਹ ਪ੍ਰੋਬਲਮ ਹੈ। ਪਰ ਇੱਥੇ ਮੈਂ ਫਿਰ ਇਹੀ ਗੱਲ ਐਮਫੇਸਾਈਜ਼ ਕਰਦਾ ਕਿ ਇੱਥੇ ਬਾਕੀ ਪਾਰਟੀਆਂ ਤੋਂ ਕੋਈ ਇੰਨੀ ਐਕਸਪੈਕਟੇਸ਼ਨਸ ਨਹੀਂ ਹੈਗੀਆਂ, ਕਿਉਂਕਿ ਦਿੱਲੀ ਵਾਲਿਆਂ ਨੇ ਕੀ ਲੈਣਾ ਹੈ? ਜਿਹੜੀ ਦਿੱਲੀ ਬੇਸਡ ਪਾਰਟੀ ਹੈ, ਉਹਨਾਂ ਨੇ ਸੈਂਟਰਲ ਫੋਰਸਿਸ, ਉਹਨਾਂ ਦੇ ਤਾਂ ਲਾਅ ਐਂਡ ਆਰਡਰ ਪ੍ਰੋਬਲਮ ਹੀ ਸੈਂਟਰ ਦੀ ਜ਼ਿੰਮੇਵਾਰੀ ਹੈ, ਉਹਨਾਂ ਦਾ ਤਾਂ ਕੋਈ ਇੰਨਾ ਮਸਲਾ ਹੀ ਨਹੀਂ, ਨਾ ਗੁਜਰਾਤ ਦਾ, ਨਾ ਰਾਜਸਥਾਨ ਦਾ। ਅਸਲੀ ਜਿਹੜੀਆਂ ਸਟੇਟਾਂ ਜੰਮੂ ਕਸ਼ਮੀਰ, ਵੈਸਟ ਬੰਗਾਲ ਤੇ ਇਹਨਾਂ ਤਿੰਨਾਂ ਨੂੰ ਮਿਲ ਕੇ ਗੱਲ ਕਰਨੀ ਚਾਹੀਦੀ ਹੈ। ਅਕਾਲੀ ਦਲ ਜਿਹੜਾ ਕਹਿੰਦਾ ਨਾ ਆਲ ਪਾਰਟੀ ਮੀਟਿੰਗ ਬੁਲਾਣਾ ਹੈ, ਆਲ ਪਾਰਟੀ ਮੀਟਿੰਗ ਦੀ ਬਜਾਏ ਇਹਨਾਂ ਸਟੇਟਾਂ ਦੀ ਕੰਸਰਨਡ ਦੀ ਮੀਟਿੰਗ ਬੁਲਾ ਕੇ ਸੈਂਟਰ ਨੂੰ ਪ੍ਰੈਸ਼ਰਾਈਜ਼ ਕਰਨ ਕਿ ਸਾਰੀਆਂ ਸਟੇਟਾਂ ਦਾ ਸਾਡਾ ਮਸਲਾ ਹੈ, ਤੁਸੀਂ ਕੀ ਕਰ ਰਹੇ ਹੋ, ਫੈਡਰਲਿਜ਼ਮ ਨੂੰ ਕਿੱਧਰਲੀ ਤਰਫ ਲੈ ਕੇ ਜਾ ਰਹੇ ਹੋ। ਜੀ ਬਿਲਕੁਲ ਚਾਹੀਦੀ ਹੈ। ਜੀ ਬਿਲਕੁਲ ਪ੍ਰੋਫੈਸਰ ਸਾਹਿਬ, ਤੁਸੀਂ ਬਹੁਤ ਵਿਸਥਾਰ 'ਚ ਸਮਝਾਇਆ। ਵਾਕਈ ਅਕਾਲੀ ਦਲ ਜਦੋਂ ਦੇਸ਼ ਪੱਧਰ ਦੀਆਂ ਖੇਤਰੀ ਪਾਰਟੀਆਂ ਨਾਲ ਰਲ ਕੇ ਚੱਲਦਾ ਸੀ, ਔਰ ਖਾਸ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੁੰਦੀ ਸੀ ਦੇਸ਼ ਭਰ ਦੀ, ਕਾਂਗਰਸ ਦੇ ਖਿਲਾਫ ਖਾਸ ਤੌਰ ਤੇ, ਉਹਦੇ ਨਾਲ ਇੱਕ ਰਾਬਤਾ ਬਣਿਆ ਰਹਿੰਦਾ ਸੀ। ਪਾਰਲੀਮੈਂਟ ਦੇ ਅੰਦਰ, ਪਾਰਲੀਮੈਂਟ ਦੇ ਬਾਹਰ ਕਵਾਇਦ ਚੱਲਦੀ ਰਹਿੰਦੀ ਸੀ। ਕਿਧਰੇ ਕੋਈ ਵੱਡੀ ਰੈਲੀ ਹੁੰਦੀ ਸੀ ਤੇ ਅਕਾਲੀ ਦਲ ਦੀ ਸਟੇਜ ਦੇ ਉੱਤੇ 8-10 ਦੂਜੀਆਂ ਪਾਰਟੀਆਂ ਦੇ ਵੱਡੇ ਲੀਡਰ ਵੀ ਬਹਿੰਦੇ ਹੁੰਦੇ ਸੀ। ਖੈਰ ਉਹ ਦੌਰ ਬੀਤ ਗਿਆ ਤੇ ਸ਼ਾਇਦ ਮੈਨੂੰ ਲੱਗਦਾ ਨਵੀਂ ਜਿਹੜੀ ਲੀਡਰਸ਼ਿਪ ਆ ਉਹਨੇ ਹੁਣ ਅਜੇ ਉਹ ਦਮ ਦਿਖਾਉਣਾ ਜਿਹੜਾ ਕਦੇ ਪਹਿਲਾਂ ਦਿਖਾਇਆ ਜਾਂਦਾ ਸੀ। ਪ੍ਰਕਾਸ਼ ਸਿੰਘ ਬਾਦਲ ਤੇ 100 ਇਲਜ਼ਾਮ ਲੱਗਦੇ ਹੋਣਗੇ ਕਿ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਸਿੱਖ ਰਵਾਇਤਾਂ ਨੂੰ ਢਾਹ ਲਾਈ, ਜਾਂ ਉਹਨਾਂ ਨੇ ਸੰਸਥਾਵਾਂ ਤੇ ਆਪਣੇ ਢੰਗ ਨਾਲ ਜੋ ਚਲਾਈ ਹੈ, ਮਨ ਦੀ ਇੱਛਾ ਚਲਾਈ ਹੈ। ਲੇਕਿਨ ਕੁੱਲ ਮਿਲਾ ਕੇ ਵੱਡੀ ਲੀਡਰਸ਼ਿਪ ਪੈਦਾ ਵੀ ਤਾਂ ਇਸੇ ਪੰਜਾਬ ਨੇ ਕੀਤੀ ਹੈ। ਹੁਣ ਇਹ ਵੇਖਣਾ ਹੋਊਗਾ ਕਿ ਸਾਡੇ ਲੋਕ ਇਹ ਜਿਹੜੇ ਰਾਜਨੇਤਾ ਹੈ, ਇਹਨਾਂ ਦੇ ਬਦਲਦੇ ਕਰਤਾਰਾਂ ਨੂੰ ਕਿਵੇਂ ਭਾਂਪਦੇ ਆ, ਇਹਨਾਂ ਨੂੰ ਪ੍ਰੈਸ਼ਰਾਈਜ਼ ਕਿਵੇਂ ਕਰਦੇ ਆ ਕਿ ਸਟੇਟ ਲਈ ਲੜਨ। ਇਹ ਸਿਰਫ ਤੇ ਸਿਰਫ ਸਿਆਸੀ ਰੋਟੀਆਂ ਸੇਕਣ, ਜਾਂ ਆਪਣੇ ਜਿੰਨੇ ਸਰਮਾਏ ਉਹਦੇ 'ਚ ਵਾਧਾ ਨਾ ਕਰਦੇ ਜਾਣ, ਜਾਂ ਆਪਣੀ ਦਿੱਖ ਨਾ ਵਧਾਉਂਦੇ ਜਾਣ, ਦਰਸ਼ਨੀ ਘੋੜੇ ਨਾ ਬਣਨ, ਲੜਨ। ਪ੍ਰੋਫੈਸਰ ਸਾਹਿਬ ਬਹੁਤ ਮਿਹਰਬਾਨੀ, ਤੁਸੀਂ ਬਹੁਤ ਬਿਹਤਰ ਸਮਝਾਇਆ। ਥੈਂਕ ਯੂ, ਬਹੁਤ ਸ਼ੁਕਰੀਆ ਜੀ ਰੰਧਾਵਾ ਸਾਹਿਬ, ਥੈਂਕ ਯੂ ਸਰ।